ਮਾਈਂਡ ਐਂਡ ਬੋਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਸਰੋਤਿਆਂ ਨੂੰ, ਲੱਖਾਂ ਹੀ ਦਰਸ਼ਕਾਂ ਨੂੰ ਮੇਰਾ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ ਜਦੋਂ ਕਿ ਇੰਡੀਆ ਵਿੱਚ ਸ਼ਾਮ ਦੇ 7:30 ਵਜਦੇ ਨੇ ਪ੍ਰੋਗਰਾਮ ਮਾਈਂਡ ਐਂਡ ਬੋਡੀ ਮੈਂ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਨਾ। ਪਰ ਜਿਹੜੇ ਨੈਕਸਟ 2 ਵੀਕ ਨੇ 8 ਦਾ ਤੇ 15 ਦਾ ਉਹ ਮੈਂ ਕਿਉਂਕਿ ਯੂਰਪ ਦੇ ਟੂਰ ਤੇ ਜਾ ਰਹੇ ਹਾਂ ਵਕੇਸ਼ਨ ਦੇ ਉੱਤੇ, ਉਹ ਪ੍ਰੋਗਰਾਮ ਨਹੀਂ ਕਰ ਸਕਾਂਗਾ ਤੇ 22 ਤਰੀਕ ਨੂੰ ਵਾਪਸ ਆਪਾਂ ਸਟੂਡੀਓ 'ਚ ਤੁਹਾਡੇ ਨਾਲ ਫੇਰ ਗੱਲਾਂ ਬਾਤਾਂ ਕਰਾਂਗੇ। ਇੱਕ ਮੈਂ ਬੇਨਤੀ ਕਰ ਦੇਣਾ ਚਾਹੁੰਦਾ ਕਿ ਜੇ ਤੁਹਾਨੂੰ ਮੇਰਾ ਪ੍ਰੋਗਰਾਮ YouTube ਤੇ ਚੰਗਾ ਲੱਗੇ ਤਾਂ ਤੁਸੀਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ। ਸੋ ਬਹੁਤ ਸਾਰੇ ਸਰੋਤੇ ਫੇਸਬੁੱਕ ਤੇ ਮੇਰੇ ਨਾਲ ਜੁੜੇ ਹੋਏ ਨੇ, ਕੁਝ ਮੇਰੇ ਬਰਨਾਲੇ ਤੋਂ ਭਰਾ ਵੀ ਨੇ, ਹੀਰਾ ਲਾਲ ਜੀ ਤੇ ਰਮੇਸ਼ ਜੋਧਪੁਰੀਆ ਜੀ ਉਹਨਾਂ ਦਾ ਨਾਮ ਹੈ ਦੇਖ ਰਹੇ ਹਾਂ, ਹੋਰ ਵੀ ਲਗਾਤਾਰ ਲਾਈਨ ਚੱਲ ਰਹੀ ਹੈ ਪਰ ਮੈਂ ਦੇਖ ਨਹੀਂ ਸਕਦਾ ਕਿਉਂਕਿ ਮੈਂ ਆਪਣੀ ਨਿਗਾਹ ਉੱਧਰ ਨਹੀਂ ਸਵਿਚ ਕਰ ਸਕਦਾ। ਸੋ ਜਿਹੜੇ ਵੀ ਭੈਣ ਭਰਾ ਮੇਰਾ ਪ੍ਰੋਗਰਾਮ ਲਾਈਵ ਦੇਖ ਰਹੇ ਉਹਨਾਂ ਦਾ ਬਹੁਤ 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 ਥੈਂਕਸ। ਤੇ ਨਾਲ ਹੀ ਅੱਜ ਦਾ ਜਿਹੜਾ ਪ੍ਰੋਗਰਾਮ ਆਪਾਂ ਸ਼ੁਰੂ ਕਰ ਲੈਣੀ ਹੈ ਗੀਤਾ ਦੇ ਉੱਤੇ। ਦੇਖੋ ਮੈਂ ਇੱਕ ਗੱਲ ਦਾ ਯਕੀਨ ਕਰਦਾ ਵੀ ਜੋ ਕੁਛ ਕਰਦਾ ਨਾ ਉਹ ਪਰਮਾਤਮਾ ਵਾਹਿਗੁਰੂ ਅੱਲਾ ਖੁਦਾ ਉਹਦੀ ਮਰਜ਼ੀ ਚੱਲਦੀ ਹੈ, ਬੰਦਾ ਜਿੰਨੀਆਂ ਮਰਜ਼ੀ ਪਲੈਨਿੰਗਸ ਕਰ ਲੇ। ਅੱਜ ਦੇਖੋ ਕੀ ਹੋਇਆ ਕਿ ਜਦੋਂ ਮੈਂ ਸਟੂਡੀਓ 'ਚ ਮੈਂ ਐਡਵਾਂਸ ਪਹੁੰਚ ਗਿਆ ਤੇ ਦੇਖਿਆ ਕਿ ਮੈਂ ਆਪਣਾ ਲੈਪਟਾਪ ਤਾਂ ਘਰੇ ਹੀ ਭੁੱਲਿਆ ਆ। ਫਿਰ ਕਾਰ ਦੀ ਸਪੀਡ ਭਜਾ ਕੇ ਮੈਂ ਵੈਲੈਂਟਾਈਨ ਆ ਗਿਆ। ਜਦੋਂ ਇੱਥੇ ਆਇਆ ਤੇ ਕਿਉਂਕਿ ਅੱਜ ਸਾਡੇ ਸਰਬਤ ਜੀ ਆਏ ਸੀਗੇ ਨਵੇਂ, ਉਹ ਲੜਕਾ ਨਹੀਂ ਆਇਆ ਤੇ ਮੈਂ ਆਪਣਾ ਉਹੀ ਜਿਹੜਾ ਪੁਰਾਣਾ ਜਿਹੜਾ ਸੀਗਾ ਉਹ ਸਿਸਟਮ ਆ ਮਾਈਕ ਚੱਕ ਲਿਆ ਤੇ ਉਹ ਕਨੈਕਸ਼ਨ ਨਹੀਂ ਜੁੜਿਆ ਸੀ, ਇਸ ਕਰਕੇ ਮੇਰੀ ਆਵਾਜ਼ ਨਹੀਂ ਗਈ। ਸੋ ਮੈਂ ਇਹ ਗੱਲ ਕਹਿਣਾ ਵੀ ਬੰਦੇ ਦੇ ਬਸ ਹੱਥ ਬਸ ਹੈ ਹੀ ਕੁਛ ਨਹੀਂ, ਜੋ ਕੁਛ ਕਰਦਾ ਪਰਮਾਤਮਾ ਅੱਲਾ ਵਾਹਿਗੁਰੂ ਕਰਦਾ। ਸੋ ਸਾਨੂੰ ਉਹਦੀ ਰਜ਼ਾ ਵਿੱਚ ਰਹਿਣਾ ਚਾਹੀਦਾ। ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਭਗਵਦ ਗੀਤਾ। ਭਗਵਦ ਗੀਤਾ ਤੁਹਾਨੂੰ ਪਤਾ ਹੀ ਹੈ ਵੀ ਹਿੰਦੂ ਭਰਾਵਾਂ ਦੀ ਇੱਕ ਪਵਿੱਤਰ ਕਿਤਾਬ ਹੈ। ਜਿਸ ਤਰ੍ਹਾਂ ਬਾਈਬਲ ਕ੍ਰਿਸਚਨ ਲੋਕਾਂ ਦੀ ਹੈ, ਕੁਰਾਨ ਸ਼ਰੀਫ ਮੁਸਲਿਮ ਭਰਾਵਾਂ ਦੀ ਹੈ, ਗੁਰੂ ਗ੍ਰੰਥ ਸਾਹਿਬ ਸਿੱਖਾਂ ਦੀ ਹੋਲੀ ਬੁੱਕ ਹੈ, ਉਸੇ ਤਰ੍ਹਾਂ ਹੀ ਸ਼੍ਰੀ ਮਦ ਭਗਵਦ ਗੀਤਾ ਹਿੰਦੂ ਲੋਕਾਂ ਦੀ ਹੋਲੀ ਬੁੱਕ ਮੰਨੀ ਜਾਂਦੀ ਹੈ। ਇਹ ਜਿਹੜੀ ਸ਼੍ਰੀ ਮਦ ਭਗਵਦ ਗੀਤਾ ਹੈ ਇਹਨੂੰ ਸ਼ਾਰਟ ਭਾਸ਼ਾ ਦੇ ਵਿੱਚ ਗੀਤਾ ਵੀ ਕਿਹਾ ਜਾਂਦਾ ਹੈ, ਜੋ ਕਿ ਅੱਜ ਤੋਂ ਕੋਈ 5000 ਸਾਲ ਪਹਿਲਾਂ ਲਿਖੀ ਗਈ ਸੀ। ਇਹ ਜਿਹੜੀ ਗੀਤਾ ਹੈ ਸ਼੍ਰੀ ਮਦ ਭਗਵਦ ਗੀਤਾ ਇਜ਼ ਏ ਡਿਵਾਈਨ ਸੌਂਗ ਸੰਗ ਬਾਈ ਲਾਰਡ ਕ੍ਰਿਸ਼ਨਾ। ਸੋ ਕ੍ਰਿਸ਼ਨ ਭਗਵਾਨ ਨੇ ਜਦੋਂ ਕਿ ਅਰਜਨ ਦੇ ਉਹ ਸਾਰਥੀ ਸੀਗੇ, ਰਥ ਚਲਾਉਂਦੇ ਸੀਗੇ, ਜਦੋਂ ਕੌਰਵਾਂ ਤੇ ਪਾਂਡਵਾਂ ਦੀ ਲੜਾਈ ਹੋਈ ਕੁਰੂਕਸ਼ੇਤਰ ਦੇ ਵਿੱਚ। ਕੁਰੂਕਸ਼ੇਤਰ ਤੁਹਾਨੂੰ ਪਤਾ ਹੀ ਹੈ ਕਿੱਥੇ ਹੈ, ਜਿਹੜਾ ਇੰਡੀਆ ਦੇ ਵਿੱਚ ਹਰਿਆਣਾ ਹੈ। ਦਿੱਲੀ ਤੋਂ ਆਪਾਂ ਜਦੋਂ ਪੰਜਾਬ ਨੂੰ ਜਾਂਦੇ ਹਾਂ ਤੇ ਕਰਨਾਲ ਤੇ ਅੰਬਾਲੇ ਦੇ ਵਿਚਕਾਰ ਕੁਰੂਕਸ਼ੇਤਰ ਹੁੰਦਾ। ਕੁਰੂਕਸ਼ੇਤਰ ਦੀ ਯੂਨੀਵਰਸਿਟੀ ਬਹੁਤ ਮਸ਼ਹੂਰ ਹੈ ਇੰਡੀਆ ਦੇ ਵਿੱਚ। ਸੋ ਕੁਰੂਕਸ਼ੇਤਰ ਦੀ ਜਗ੍ਹਾ ਦੇ ਉੱਤੇ ਇਹ ਮਹਾਭਾਰਤ ਦਾ ਯੁੱਧ ਹੋਇਆ ਸੀ। ਇਹ ਯੁੱਧ ਜਿਹੜਾ ਸੀਗਾ ਉਸ ਟਾਈਮ ਜਦੋਂ ਯੁੱਧ ਹੋਇਆ ਤੇ ਦੋਨੇ ਫੌਜਾਂ ਆਮੋ ਸਾਹਮਣੇ ਖੜੇ ਹੋ ਗਈਆਂ, ਕੌਰਵਾਂ ਦੀ ਵੀ ਤੇ ਪਾਂਡਵਾਂ ਦੀ ਵੀ। ਮੈਂ ਥੋੜੀ ਅੱਗੇ ਡਿਟੇਲ 'ਚ ਗੱਲ ਕਰਾਂਗਾ। ਤੇ ਜਦੋਂ ਅਰਜਨ ਨੇ ਦੇਖਿਆ ਕਿ ਜਿਹੜੇ ਸਾਹਮਣੇ ਬੰਦੇ ਮੇਰੇ ਦੁਸ਼ਮਣ ਖੜੇ ਨੇ ਉਹ ਤਾਂ ਮੇਰੇ ਕਜ਼ਨ ਨੇ, ਉਹ ਤਾਂ ਮੇਰੇ ਗੁਰੂ ਨੇ, ਤੇ ਜੇ ਮੈਂ ਯੁੱਧ ਕਰਕੇ ਉਹਨਾਂ ਨੂੰ ਮਾਰ ਦੂੰਗਾ ਤੇ ਉਹ ਫੇਰ ਮਾਰਨ ਤੋਂ ਬਾਅਦ ਜਿਹੜੀ ਮੈਂ ਜਗ੍ਹਾ ਲੈਣੀ ਹੈ, ਰਾਜ ਭਾਗ ਲੈਣਾ, ਉਹਦਾ ਫਾਇਦਾ ਕੀ ਹੈ ਇੰਨੇ ਆਪਣੇ ਰਿਸ਼ਤੇਦਾਰਾਂ ਨੂੰ ਮਰਵਾ ਕੇ। ਸੋ ਉਹਨੇ ਹੱਥ ਖੜੇ ਕਰਤੇ। ਕ੍ਰਿਸ਼ਨ ਭਗਵਾਨ ਕਿਉਂਕਿ ਉਹਦੇ ਸਾਰਥੀ ਸੀ, ਰਥ ਚਲਾ ਰਹੇ ਸੀਗੇ। ਸੋ ਉਹ ਕਹਿੰਦੇ ਵੀ ਮੈਂ ਯੁੱਧ ਨਹੀਂ ਕਰਨਾ, ਮੈਂ ਤਾਂ ਸੰਨਿਆਸ ਲੈ ਲੂੰਗਾ, ਮੈਂ ਤਾਂ ਭੀਖ ਮੰਗ ਲੂੰਗਾ, ਭਿਕਸ਼ਾ ਮੰਗ ਲੂੰਗਾ, ਪਰ ਮੈਂ ਆਪਣੇ ਭੈਣ ਭਰਾਵਾਂ ਨੂੰ ਨਹੀਂ ਮਾਰ ਸਕਦਾ। ਸੋ ਉਸ ਟਾਈਮ ਲਾਰਡ ਕ੍ਰਿਸ਼ਨ ਨੇ ਅਰਜਨ ਨੂੰ ਉਪਦੇਸ਼ ਦੇ ਕੇ ਜਿੰਨੇ ਵੀ ਉਹਦੇ ਡਾਊਟ ਸੀ, ਜਿੰਨੇ ਵੀ ਉਹਦੇ ਕੁਐਸਚਨ ਸੀਗੇ, ਉਹਨਾਂ ਨੂੰ ਕਲੀਅਰ ਕੀਤਾ। ਸੋ ਉਹ ਜਿਹੜੇ ਉਸ ਜੰਗ ਦੇ ਦੌਰਾਨ ਕ੍ਰਿਸ਼ਨ ਭਗਵਾਨ ਤੇ ਅਰਜਨ ਦੇ, ਜਾਂ ਇੱਕ ਸੰਜੇ ਹੈ। ਸੰਜੇ ਕੌਣ ਹੈ? ਸੰਜੇ ਜਿਹੜਾ ਧ੍ਰਿਤਰਾਸ਼ਟਰ ਸੀ, ਅੰਨਾ ਸੀਗਾ, ਜਿਹੜਾ ਕਿ ਉਸ ਕੌਰਵਾਂ ਦਾ ਪਿਓ ਸੀਗਾ ਤੇ ਉਹ ਹਸਤਨਾਪੁਰ ਦਾ ਰਾਜਾ ਸੀਗਾ। ਹਸਤਨਾਪੁਰ ਪੁੱਛੋਗੇ ਕਿੱਥੇ ਹੈ? ਹਸਤਨਾਪੁਰ ਅੱਜ ਕੱਲ੍ਹ ਜਿਹੜਾ ਉੱਤਰ ਪ੍ਰਦੇਸ਼ ਯੂਪੀ ਜਿਹਨੂੰ ਕਹਿੰਦੇ ਇੰਡੀਆ ਦੇ ਵਿੱਚ, ਉਹਦੇ ਵਿੱਚ ਇੱਕ ਮੇਰਠ ਜ਼ਿਲ੍ਹਾ ਹੈ, ਉਸ ਜ਼ਿਲ੍ਹੇ ਦੇ ਵਿੱਚ ਹਸਤਨਾਪੁਰ ਹੈ। ਸੋ ਉੱਥੋਂ ਦਾ ਰਾਜਾ ਸੀਗਾ ਤੇ ਉਹ ਰਾਜਾ ਜਿਹੜਾ ਸੀਗਾ ਇੱਕ ਪਾਸੇ ਕੌਰਵਾਂ ਦੀ ਫੌਜ ਸੀਗੀ ਤੇ ਇੱਕ ਪਾਸੇ ਪਾਂਡਵਾਂ ਦੀ ਸੀਗੀ। ਸੋ ਉਹ ਦੋਨੋਂ ਆਮੋ ਸਾਹਮਣੇ ਸੀ ਤੇ ਇਸ ਕਰਕੇ ਇਹ ਕਹਿੰਦਾ ਮੈਂ ਯੁੱਧ ਨਹੀਂ ਕਰਨਾ, ਤੇ ਯੁੱਧ ਕਰਕੇ ਜੇ ਮੈਂ ਜਿੱਤ ਵੀ ਗਿਆ ਤੇ ਮੁੜ ਕੇ ਹਸਤਨਾਪੁਰ ਦਾ ਰਾਜ ਸਾਨੂੰ ਮਿਲ ਵੀ ਗਿਆ ਤੇ ਉਹਦਾ ਕੀ ਫਾਇਦਾ ਜੇ ਮੈਂ ਇੰਨੇ ਭਰਾ ਮਰਵਾਤੇ, ਆਪਣੇ ਰਿਸ਼ਤੇਦਾਰ ਮਰਵਾਤੇ, ਆਪਣੇ ਸਾਕ ਸੰਬੰਧੀ ਮਰਵਾਤੇ। ਸੋ ਉਸ ਵੇਲੇ ਲਾਰਡ ਕ੍ਰਿਸ਼ਨ ਨੇ ਉਹ ਜੋ ਵੀ ਉਹਦੇ ਡਾਊਟ ਸੀਗੇ ਉਹਨੂੰ ਕਲੀਅਰ ਕੀਤੇ ਤੇ ਉਹ ਸਾਰੇ ਜਿਹੜੇ ਸ਼ਲੋਕ ਆਉਂਦੇ ਨੇ, ਉਹ ਸਾਰੇ ਦੇ ਸਾਰੇ ਸ਼ਲੋਕ ਜਿਹੜੇ ਨੇ ਉਹ ਭਾਗਵਤ ਗੀਤਾ ਦੇ ਵਿੱਚ ਦਰਜ ਕੀਤੇ ਗਏ ਨੇ। ਐਕਚੁਅਲ ਦੇ ਵਿੱਚ ਜਿੰਨੀ ਵੀ ਉਹ
ਰਾਜ ਭਾਗ ਹੈ ਉਹਨਾਂ ਦਾ ਹਸਤਨਾਪੁਰ ਦਾ, ਉਹਨੂੰ ਮਹਾਭਾਰਤ ਕਹਿੰਦੇ ਨੇ। ਉਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੂਰੀ ਦੀ ਪੂਰੀ 1 ਲੱਖ ਤੋਂ ਉੱਪਰ ਸ਼ਲੋਕ ਨੇ ਮਹਾਭਾਰਤ ਦੇ। ਪਰ ਉਹਦੇ ਵਿੱਚ ਜਿਹੜੀ ਲੜਾਈ ਦੇ ਦੌਰਾਨ ਕ੍ਰਿਸ਼ਨ ਤੇ ਅਰਜੁਨ ਦਾ ਵਾਰਤਾਲਾਪ ਹੋਇਆ ਤੇ ਨਾਲ ਸੰਜੇ ਨੇ ਉਹ ਵਾਰਤਾਲਾਪ ਦਿਵ ਦ੍ਰਿਸ਼ਟੀ ਨਾਲ ਦੇਖਿਆ, ਦਿਵ ਦ੍ਰਿਸ਼ਟੀ ਨਾਲ ਦੇਖ ਕੇ ਜੋ ਧ੍ਰਿਤਰਾਸ਼ਟਰ ਨੂੰ ਐਕਸਪਲੇਨ ਕੀਤਾ, ਤਾਂ ਉਹ ਸਾਰੀਆਂ ਜਿਹੜੇ ਡਾਇਲੌਗ ਨੇ, ਉਹ ਜਿਹੜੇ ਸਾਰੇ ਸ਼ਲੋਕ ਨੇ, ਉਹ ਤਕਰੀਬਨ ਕੋਈ ਨਟ ਤਕਰੀਬਨ ਬਲਕਿ ਭਗਵਦ ਗੀਤਾ ਦੇ ਵਿੱਚ 700 ਸ਼ਲੋਕ ਨੇ। 1 ਲੱਖ ਤਾਂ ਹੈਗੇ ਮਹਾਭਾਰਤ 'ਚ। ਮਹਾਭਾਰਤ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਜਿਹੜਾ ਕਿ ਕ੍ਰਿਸ਼ਨ ਤੇ ਅਰਜੁਨ ਜੀ ਦੀਆਂ ਟੀਚਿੰਗਸ ਨੇ। ਸੋ ਭਗਵਦ ਗੀਤਾ ਦੇ ਵਿੱਚ 700 ਸ਼ਲੋਕ ਨੇ ਤੇ 18 ਚੈਪਟਰ ਨੇ। ਸੋ ਜੇ 700 ਸ਼ਲੋਕ ਕਰੀਏ, 700 ਸ਼ਲੋਕ ਦੇ ਵਿੱਚ 570 ਜਿਹੜੇ ਸ਼ਲੋਕ ਨੇ ਨਾ, ਉਹ ਕ੍ਰਿਸ਼ਨ ਜੀ ਨੇ ਬੋਲੇ ਨੇ ਤੇ 84 ਸ਼ਲੋਕ ਅਰਜੁਨ ਨੇ ਕੁਐਸਚਨ ਕੀਤੇ ਨੇ, ਐ ਕਹ ਲਓ ਸਿੱਧੇ ਤਰੀਕੇ ਨਾਲ। ਤੇ 11 ਸ਼ਲੋਕ ਸੰਜੇ ਦੇ ਨੇ ਤੇ 1 ਸ਼ਲੋਕ ਧ੍ਰਿਤਰਾਸ਼ਟਰ ਦਾ। ਹੁਣ ਸੰਜੇ ਕਿੱਥੋਂ ਆ ਗਿਆ? ਸੰਜੇ ਧ੍ਰਿਤਰਾਸ਼ਟਰ ਜਿਹੜਾ ਰਾਜਾ ਸੀਗਾ ਉਹਦਾ ਸਾਰਥੀ ਸੀ, ਉਹ ਰੱਥ ਚਲਾਉਂਦਾ ਸੀਗਾ। ਕਿਉਂਕਿ ਧ੍ਰਿਤਰਾਸ਼ਟਰ ਅੰਨਾ ਸੀਗਾ, ਉਹ ਯੁੱਧ 'ਚ ਜਾ ਨਹੀਂ ਸਕਦਾ ਸੀਗਾ। ਇਸ ਕਰਕੇ ਜਿਹੜੇ ਵੇਦ ਵਿਆਸ ਜਿਨ੍ਹਾਂ ਨੇ ਮਹਾਭਾਰਤ ਲਿਖੀ, ਜਿਨ੍ਹਾਂ ਨੇ ਗੀਤਾ ਲਿਖੀ, ਉਸ ਰਿਸ਼ੀ ਨੇ ਸੰਜੇ ਨੂੰ ਦਿਵ ਦ੍ਰਿਸ਼ਟੀ ਦਿੱਤੀ, ਡਿਵਾਈਨ ਜਿਹੜੀ ਹੈ ਲਾਈਟ ਦਿੱਤੀ ਕਿ ਤੂੰ ਇੱਥੇ ਹੀ ਹਸਤਨਾਪੁਰ ਵਿੱਚ ਧ੍ਰਿਤਰਾਸ਼ਟਰ ਦੇ ਕੋਲੇ ਬੈਠ ਕੇ ਹੀ ਐਡੀ ਦੂਰੋਂ ਤੂੰ ਆਪਣੀ ਦਿਵ ਦ੍ਰਿਸ਼ਟੀ ਨਾਲ ਆਪਣਾ ਜਿਹੜੇ ਸਾਰਾ ਯੁੱਧ ਦੇਖੇਗਾ ਤੇ ਇਹਨੂੰ ਧ੍ਰਿਤਰਾਸ਼ਟਰ ਨੂੰ ਸੁਣਾਏਗਾ। ਸੋ ਇਸ ਕਰਕੇ ਧ੍ਰਿਤਰਾਸ਼ਟਰ ਨੇ ਇੱਕ ਕਿਹਾ ਸ਼ੁਰੂ ਵਿੱਚ ਹੀ, ਤੇ ਬਾਕੀ ਜਿਹੜੇ 41 ਸ਼ਲੋਕ ਨੇ ਉਹ ਸੰਜੇ ਦੇ ਨੇ। ਸੋ ਗੱਲ ਇਹਨੂੰ ਆਪਾਂ ਫੇਰ ਰਿਪੀਟ ਕਰ ਲੈਂਦੇ ਆ ਕਿ ਭਗਵਦ ਗੀਤਾ ਦੇ ਵਿੱਚ ਟੋਟਲ 700 ਸ਼ਲੋਕ ਨੇ। 570 ਲਾਰਡ ਕ੍ਰਿਸ਼ਨ ਦੇ ਨੇ, 84 ਅਰਜਨ ਦੇ ਨੇ, 41 ਸੰਜੇ ਦੇ ਨੇ ਤੇ 1 ਹੈਗਾ ਧ੍ਰਿਤਰਾਸ਼ਟਰ ਦਾ। ਇਸੇ ਤਰ੍ਹਾਂ ਹੀ ਜੇ ਆਪਾਂ ਬਾਈਬਲ ਦੀ ਗੱਲ ਕਰੀਏ, ਬਾਈਬਲ ਦੇਖੋ 2 ਤਰ੍ਹਾਂ ਦੀ ਹੈ, ਓਲਡ ਟੈਸਟਾਮੈਂਟ ਐਂਡ ਨਿਊ ਟੈਸਟਾਮੈਂਟ। ਜੇ ਓਲਡ ਤੇ ਨਿਊ ਟੈਸਟਾਮੈਂਟ ਦੀ ਗੱਲ ਕਰੀਏ ਤਾਂ 31102 ਸ਼ਲੋਕ ਨੇ ਦੋਨਾਂ ਦੇ ਵਿੱਚ। ਤੇ ਕੁਰਾਨ ਸ਼ਰੀਫ ਦੇ ਵਿੱਚ 6236 ਚਾਹੇ ਕਹ ਲਓ ਮੋਰ ਦੈਨ 6000 ਤੇ 114 ਚੈਪਟਰ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 5877 ਸ਼ਬਦ ਨੇ ਤੇ 1430 ਪੇਜਿਸ ਨੇ, ਉਹਦੇ ਸਫੇ ਨੇ। ਸੋ ਹਿਸਟਰੀ ਦੇ ਵਿੱਚ ਆਉਂਦਾ ਹੈ, ਮੈਂ ਥੋੜੀ ਦੱਸ ਦੇਣਾ ਵੀ ਇਹ ਰੌਲਾ ਜਾਂ ਕੀ ਸੀ ਇਹਨਾਂ ਦਾ। ਇਹ ਜਿਹੜਾ ਯੁੱਧ ਹੋਇਆ ਨਾ, ਇਹ ਇੱਕ ਸਮਝ ਲਓ ਰਾਜ ਪਾਟ ਦੀ ਲੜਾਈ ਹੈ, ਪੈਸੇ ਟਕੇ ਦੀ ਲੜਾਈ ਹੈ ਕਿ ਪਾਵਰ ਦੀ ਲੜਾਈ ਹੈ, ਜਾਂ ਇਹਨੂੰ ਜੇ ਬੜਾ ਸਪਿਰਿਚੁਅਲ ਪੁਆਇੰਟ ਆਫ ਵਿਊ ਨਾਲ ਗੱਲ ਕਰੀਏ ਤਾਂ ਉਹ ਕਰੀਏ ਕਿ ਧਰਮ ਤੇ ਧਰਮ ਦੀ ਲੜਾਈ ਹੈ, ਇਨਸਾਫ ਤੇ ਅਨਿਆਏ ਦੀ ਲੜਾਈ ਹੈ, ਤੇ ਹੇਰਾ ਫੇਰੀ ਤੇ ਇਨਸਾਫ ਦੀ ਲੜਾਈ ਹੈ, ਗੁੱਡ ਐਂਡ ਬੈਡ ਦੀ ਲੜਾਈ ਹੈ, ਰਾਈਟ ਐਂਡ ਰੋਂਗ ਦੀ ਲੜਾਈ ਹੈ। ਸੋ ਇਸ ਕਰਕੇ ਇਹ ਜਿਹੜਾ ਮਹਾਭਾਰਤ ਦਾ ਯੁੱਧ ਹੈ, ਇਹਦੇ ਬਾਰੇ ਮੈਂ ਥੋੜੀ ਹਿਸਟਰੀ ਦੱਸਦੇ ਹਾਂ ਕਿ ਹਸਤਨਾਪੁਰ, ਜਿਵੇਂ ਕਿ ਮੈਂ ਦੱਸਿਆ ਹੀ ਹੈ ਕਿ ਯੂਪੀ ਦੇ ਵਿੱਚ ਮੇਰਠ ਦੇ ਇਲਾਕਾ, ਉੱਥੇ ਜਿਹੜਾ ਹਸਤਨਾਪੁਰ ਹੈ ਨਾ, ਸੋਚੇ ਵੀ ਛੋਟੇ ਜਿਹੇ ਪਿੰਡ 'ਚ ਰਾਜ ਕਰਦੇ ਸੀ, ਬਹੁਤ ਵੱਡਾ ਦੂਰ ਤੱਕ ਫੈਲਿਆ ਵਾ ਸੀਗਾ ਰਾਜ ਹਸਤਨਾਪੁਰ ਦਾ। ਸੋ ਉਹਦੇ ਉੱਤੇ ਧ੍ਰਿਤਰ ਜਿਹੜਾ ਸੀਗਾ ਰਾਜ ਜਿਹੜਾ ਸੀਗਾ, ਉਹ ਉਸ ਟਾਈਮ ਦੇ ਉੱਤੇ ਧ੍ਰਿਤਰਾਸ਼ਟਰ ਕਰਦਾ ਸੀ ਜਿਹੜਾ ਕਿ ਅੰਨਾ ਸੀ। ਠੀਕ ਹੈ ਜੀ। ਪਰ ਅਸਲ ਦੇ ਵਿੱਚ ਇਹਦਾ ਰੌਲਾ ਕਿਵੇਂ ਪੈ ਗਿਆ? ਰੌਲਾ ਇਸ ਕਰਕੇ ਪਿਆ ਕਿ ਇਹ ਜਿਹੜਾ ਰਾਜ ਸੀਗਾ ਇਹ ਪਾਂਡੋ ਪੁੱਤਰ ਕੋਲੇ ਸੀਗਾ। ਪਾਂਡੋ ਇਹਨਾਂ ਦਾ ਕਜ਼ਨ ਸੀਗਾ ਧ੍ਰਿਤਰਾਸ਼ਟਰ ਦਾ, ਉਹਦਾ ਸੀਗਾ ਰਾਜ। ਉਹਨੇ ਸੋਚਿਆ ਵੀ ਮੈਂ ਰਾਜ ਭਾਗ ਲੈਣਾ ਨਹੀਂ, ਸੰਤ ਸੁਭਾਅ ਦਾ ਫਕੀਰ ਸੀਗਾ, ਉਹਨੇ ਸੰਨਿਆਸ ਲੈ ਲਿਆ ਤੇ ਨਾਲ ਹੀ ਸੰਨਿਆਸ ਲੈਂਦੇ ਉਹਦੀ ਹੋ ਗਈ ਡੈਥ। ਜਦੋਂ ਡੈਥ ਹੋ ਗਈ ਤੇ ਉਸ ਹਸਤਨਾਪੁਰ ਦੇ ਉੱਤੇ ਕੌਣ ਬੈਠੂ, ਰਾਜ ਕੌਣ ਕਰੂਗਾ? ਨਿਯਮ ਇਹ ਸੀ ਜਿਵੇਂ ਇੰਗਲੈਂਡ ਦੇ ਵਿੱਚ ਰਾਜਾ ਜਾਂ ਰਾਣੀ ਦੀ ਡੈਥ ਹੋ ਜਾਂਦੀ, ਉਸ ਤੋਂ ਬਾਅਦ ਉਹਦਾ ਮੁੰਡਾ, ਸਭ ਤੋਂ ਵੱਡਾ ਮੁੰਡਾ ਤੇ ਕੁੜੀ ਬੈਠਦੇ ਨੇ। ਇਸੇ ਤਰ੍ਹਾਂ ਹੀ ਉੱਥੇ ਵੀ ਇਹ ਰਿਵਾਜ ਸੀਗਾ ਕਿ ਹਸਤਨਾਪੁਰ ਦਾ ਜਦੋਂ ਉਹਦੀ ਡੈਥ ਹੋ ਗਈ, ਪਾਂਡੋ ਉਹਨੂੰ ਕਹਿੰਦੇ ਸੀਗੇ, ਉਹਦੀ ਡੈਥ ਹੋਣ ਦੇ ਨਾਲ ਜਿਹੜਾ ਉਹਦਾ ਬੇਟਾ ਸੀਗਾ, ਉਹਦੇ 5 ਪੁੱਤਰ ਸੀਗੇ। ਇੱਕ ਸੀਗਾ ਯੁਧਿਸ਼ਟਰ, ਇੱਕ ਸੀ ਅਰਜਨ, ਇੱਕ ਸੀ ਭੀਮ ਤੇ ਇੱਕ ਸੀ ਸਹਿਦੇਵ ਤੇ ਅਗਲਾ ਸੀ ਨਕੁਲ। ਸੋ ਯੁਧਿਸ਼ਟਰ ਸਭ ਤੋਂ ਵੱਡਾ ਸੀ, ਉਹਨੇ ਰਾਜਾ ਬਣਨਾ ਸੀਗਾ, ਪਰ ਉਹ ਉਸ ਵੇਲੇ ਜਦੋਂ ਉਹਦੇ ਫਾਦਰ ਦੀ ਡੈਥ ਹੋਈ ਬਹੁਤ ਛੋਟਾ ਸੀ, ਛੋਟਾ ਬੱਚਾ ਸੀ। ਇਸ ਕਰਕੇ ਇਹ ਸੋਚਿਆ ਗਿਆ ਵੀ ਹੁਣ ਕੀ ਕੀਤਾ ਜਾਵੇ, ਇਹਦਾ ਹੱਲ ਕੀ ਹੈ। ਸੋ ਉਸ ਵੇਲੇ ਇੱਕ ਕਰੈਕਟਰ ਸੀਗਾ ਭੀਸ਼ਮ ਪਿਤਾਮਾ, ਬਜ਼ੁਰਗ ਸੀਗੇ, ਚਿੱਟੇ ਕੱਪੜੇ ਪਾਉਂਦੇ, ਸਵੇਤ। ਉਹ ਕੌਣ ਸੀਗੇ? ਉਹ ਇਹਨਾਂ ਸਾਰਿਆਂ ਦੇ ਸੀਗੇ ਤਾਤਸ਼ੀਰੀ। ਤਾਤਸ਼ੀਰੀ ਉਹ ਆਮ ਤੁਸੀਂ ਮਹਾਭਾਰਤ ਦੇ ਸੀਰੀਅਲ ਦੇ ਵਿੱਚ ਵੀ ਦੇਖੋ। ਤਾਤਸ਼ੀਰੀ ਦਾ ਮਤਲਬ ਹੈ ਕਿ ਜਿਹੜਾ ਧ੍ਰਿਤਰਾਸ਼ਟਰ ਸੀਗਾ ਤੇ ਪਾਂਡੋ ਸੀ, ਇਹ 2 ਚਚੇਰੇ ਕਜ਼ਨ ਸੀਗੇ। ਇਹਨਾਂ ਦੇ ਜਿਹੜੇ ਪਿਓ ਸੀਗੇ, ਉਹਨਾਂ ਦਾ ਜਿਹੜਾ ਵੱਡਾ ਭਰਾ ਸੀਗਾ ਉਹ ਸੀਗਾ ਪਿਤਾਮਾ। ਉਹਨੇ ਕਸਮ ਖਾਧੀ ਵੀ ਸੀਗੀ ਕਿ ਨਾ ਤਾਂ ਮੈਂ ਸਾਰੀ ਜ਼ਿੰਦਗੀ ਵਿਆਹ ਕਰਾਉਣਾ,
ਤੇ ਨਾ ਹੀ ਮੈਂ ਕੋਈ ਰਾਜਗੱਦੀ ਲੈਣੀ ਹੈ। ਉਹ ਸਿਰਫ ਇਹਨਾਂ ਦੀ ਰਿਸ਼ਤੇਦਾਰਾਂ ਦੀ ਮਦਦ ਕਰਦਾ ਸੀ, ਉਹਦੀ ਅਡਵਾਈਸ ਦੇ, ਜੇ ਬਜ਼ੁਰਗ ਦੀ ਅਡਵਾਈਸ ਨੇ, ਉਹ ਕਿਸ ਤਰ੍ਹਾਂ ਦਾ ਬਜ਼ੁਰਗ ਸੀ। ਸੋ ਪਿਤਾਮਾ ਨੇ ਡਿਸਾਈਡ ਕੀਤਾ ਵੀ ਕਿਉਂਕਿ ਬੱਚਾ ਛੋਟਾ ਹੈ, ਇਸ ਕਰਕੇ ਜਿਹੜਾ ਦਾ ਕਜ਼ਨ ਹੈ ਧ੍ਰਿਤਰਾਸ਼ਟਰ, ਜਿਹੜਾ ਕਿ ਅੰਨ ਹੈ, ਉਹਨੂੰ ਟੈਂਪਰੇਰੀ ਆਪਾਂ ਹਸਤਨਾਪੁਰ ਦਾ ਰਾਜਾ ਬਣਾ ਦਿੰਦੇ ਹਾਂ। ਜਦੋਂ ਬੱਚਾ ਵੱਡਾ ਹੋਊਗਾ, ਯੁਧਿਸ਼ਟਰ ਵੱਡਾ ਹੋਊਗਾ, ਉਹਨੂੰ ਆਪਾਂ ਸਿੰਘਾਸਨ ਦੇ ਦਿਆਂਗੇ। ਇਹ ਗੱਲ ਹੋਈ ਸੀਗੀ। ਜਦੋਂ ਹੌਲੀ ਹੌਲੀ ਯੁਧਿਸ਼ਟਰ ਵੱਡਾ ਹੋਇਆ, ਉਧਰ ਜਿਹੜੇ ਕੌਰਵ ਸੀਗੇ, ਧ੍ਰਿਤਰਾਸ਼ਟਰ ਸੀਗੇ, ਉਹਦੇ 100 ਪੁੱਤਰ ਸੀਗੇ, 100 ਪੁੱਤਰ ਸੀ ਤੇ ਇੱਕ ਸੀਗੀ ਬੇਟੀ। ਵੱਡੀ ਗੱਲ ਇਹ ਹੈ ਵੀ ਧ੍ਰਿਤਰਾਸ਼ਟਰ ਦਾ 100 ਪੁੱਤਰ ਦਾ ਮੈਨੂੰ ਵੀ ਨਹੀਂ ਨਾਂ ਪਤਾ ਲੱਗਣੇ। ਸੋ ਜਿਹੜੇ ਵੱਡਾ ਪੁੱਤਰ ਸੀ ਉਹ ਸੀਗਾ ਦੁਰਯੋਧਨ। ਦੁਰਯੋਧਨ ਜਿਹੜਾ ਸੀਗਾ ਆਕੜ ਖਾਨ ਸੀਗਾ, ਇਹਨੂੰ ਪੰਜਾਬੀ 'ਚ ਕਹਿੰਦੇ ਆ, ਪੁੱਠੀ ਮੱਤ ਵਾਲਾ ਸੀਗਾ, ਲੜਾਈ ਝਗੜੇ 'ਚ ਵਿਸ਼ਵਾਸ ਕਰਦਾ ਸੀ। ਉਹ ਸਭ ਤੋਂ ਵੱਡਾ ਇੱਧਰ ਦੁਰਯੋਧਨ ਸੀ। ਤੇ ਪਾਂਡਵਾਂ ਦਾ ਸੀਗਾ ਯੁਧਿਸ਼ਟਰ, ਉਹ ਬੜਾ ਸੰਤ ਸੁਭਾਅ ਦਾ ਸੀਗਾ। ਸੋ ਉਹ ਜਦੋਂ ਯੁਧਿਸ਼ਟਰ ਵੱਡਾ ਹੋਇਆ, ਉਧਰੋਂ ਦੁਰਯੋਧਨ ਵੱਡਾ ਹੋ ਗਿਆ। ਹਾਲਾਂਕਿ ਵੈਸੇ ਵੀ ਦੁਰਯੋਧਨ ਯੁਧਿਸ਼ਟਰ ਤੋਂ ਛੋਟਾ ਸੀ, ਪਰ ਉਸ ਵੇਲੇ ਕਿਉਂਕਿ ਪਿਓ ਦਾ ਮੋਹ ਜਾਗ ਪਿਆ ਧ੍ਰਿਤਰਾਸ਼ਟਰ ਦਾ, ਸੋ ਉਸ ਨੇ ਕੀ ਕੀਤਾ ਕਿ ਇਹਨੂੰ ਯੁਧਿਸ਼ਟਰ ਨੂੰ ਰਾਜਗੱਦੀ ਦੇਣ ਦੀ ਥਾਂ ਤੇ ਅਰਜਨ ਜਿਹੜਾ ਸੀ ਆਪਣਾ ਦੁਰਯੋਧਨ ਸੀਗਾ, ਉਹਨੂੰ ਰਾਜਕੁਮਾਰ ਥਾਪਤਾ। ਤੇ ਨਾਲ ਹੀ ਉਸ ਜਦੋਂ ਜ਼ਿਆਦਾ ਜ਼ੋਰ ਪਿਆ, ਰੌਲਾ ਪਿਆ, ਤਾਂ ਉਹਨੇ ਕੀ ਕੀਤਾ, ਹਸਤਨਾਪੁਰ ਨੂੰ 2 ਹਿੱਸਿਆਂ 'ਚ ਵੰਡਤਾ। 2 ਬਰਾਬਰ ਹਿੱਸੇ ਨਹੀਂ, ਥੋੜਾ ਜਿਹਾ ਸਮਝੋ ਜਿਵੇਂ ਟੌਫੀ ਦੇਣੀ ਹੈ, ਲੋਲੀਪੌਪ ਦੇਣੀ ਹੈ। ਤੇ ਉਤੋਂ ਇੱਕ ਖੰਡਰ ਪ੍ਰਸਤ ਸੀਗਾ। ਖੰਡਰ ਪ੍ਰਸਤ ਜਿਹੜੇ ਦਿੱਲੀ ਹੈ ਨਾ ਇਸ ਟਾਈਮ, ਪੁਰਾਣਾ ਕਿਲਾ, ਉੱਥੇ ਜੰਗਲ ਸੀ, ਪੱਥਰ ਸੀ। ਉੱਥੇ ਨਾ ਕੋਈ ਜਾਨਵਰ ਹੁੰਦਾ ਸੀ, ਜਾਨਵਰ ਤਾਂ ਉਹ ਬੰਦਾ ਕੋਈ ਨਹੀਂ ਸੀਗਾ, ਨਾ ਕੋਈ ਖੇਤੀਬਾੜੀ ਹੁੰਦੀ ਸੀ। ਉਹਨੇ ਉਹ ਇਲਾਕਾ ਯੁਧਿਸ਼ਟਰ ਨੂੰ ਦੇਤਾ ਵੀ ਤੁਸੀਂ ਉੱਥੇ ਰਾਜ ਕਰ ਲਓ, ਇਹਨੂੰ ਦੇ ਦਿਓ ਦੁਰਯੋਧਨ ਨੂੰ। ਉਹਨਾਂ ਨੇ ਵਿਚਾਰਿਆਂ ਨੇ ਯਕੀਨ ਕਰਕੇ ਵੀ ਚਲੋ ਸਾਡਾ ਫਾਦਰ ਸਮਾਨ ਆ, ਉਹਨੂੰ ਪਿਤਾ ਹੀ ਸਮਝਦੇ ਸੀਗੇ, ਉੱਥੇ ਚਲੇ ਗਏ, ਮਿਹਨਤ ਕੀਤੀ। ਜਿਵੇਂ ਚੰਡੀਗੜ੍ਹ ਜੰਗਲ ਦੇ ਵਿੱਚ ਮੰਗਲ ਬਣਾਤਾ ਧਿਆਨ ਚੰਦ ਨੇ, ਸੋ ਇਸੇ ਤਰ੍ਹਾਂ ਹੀ ਉਹਨਾਂ ਨੇ ਮਿਹਨਤ ਕੀਤੀ। ਸੋ ਉਹ ਜਿਹੜਾ ਖੰਡਰ ਪ੍ਰਸਤ ਸੀ ਉਹ ਇੰਦਰਪ੍ਰਸਤ ਬਣ ਗਿਆ, ਇੰਨਾ ਬਿਊਟੀਫੁਲ ਬਣਾਇਆ। ਤੇ ਜਦੋਂ ਇੰਦਰਪ੍ਰਸਤ ਬਣਾਇਆ ਤੇ ਉਹਨਾਂ ਨੇ ਉੱਥੇ ਜੱਗ ਕੀਤਾ, ਤੇ ਉਹਦੇ ਵਿੱਚ ਦੁਰਯੋਧਨ ਨੂੰ, ਕੌਰਵਾਂ ਨੂੰ ਹੋਰ ਬੁਲਾਇਆ, ਕਿਉਂਕਿ ਗੱਲ ਖਤਮ ਹੋ ਗਈ, ਕੋਈ ਇੰਨੀ ਗੱਲ ਚੱਲਣੀ ਸੀਗੀ। ਸੋ ਉਹ ਜਦੋਂ ਬੁਲਾਇਆ ਉਹਨੂੰ ਉੱਥੇ ਇੰਦਰਪ੍ਰਸਤ, ਉਹ ਦੇਖ ਕੇ ਹੈਰਾਨ ਹੋ ਗਿਆ ਵੀ ਅੱਛਾ ਇੰਨਾ ਬਿਊਟੀਫੁਲ ਬਣਾ ਲਿਆ। ਉਹਦੇ ਦਿਮਾਗ 'ਚ ਲਾਲਚ ਆ ਗਿਆ, ਕੋਈ ਪੁੱਠੀ ਮੱਤ ਵਾਲਾ ਸੀ। ਸੋ ਉਹ ਜਿਹੜਾ ਪੁੱਠੀ ਮੱਤ ਵਾਲਾ ਸੀਗਾ, ਤੇ ਜਦੋਂ ਉਹ ਆਇਆ ਤੇ ਇੱਕ ਮਾਮਾ ਸ਼ਕਨੀ ਸੀਗਾ ਇਹਦੇ ਵਿੱਚ। ਸ਼ਕਨੀ ਦੇ ਬਾਰੇ ਵੀ ਮੈਂ ਥੋੜੀ ਜਿਹੀ ਗੱਲ ਕਰਦਾ ਕਿ ਸ਼ਕਨੀ ਦਾ ਮਹਾਭਾਰਤ ਦੇ ਵਿੱਚ ਤੇ ਜਿਹੜੀ ਲੜਾਈ ਕੁਰੂਕਸ਼ੇਤਰ ਦੀ ਹੋਈ, ਉਹ 'ਚ ਇੱਕ ਬਹੁਤ ਮੇਨ ਰੋਲ ਹੈ। ਸ਼ਕਨੀ ਕੌਣ ਸੀਗਾ? ਸ਼ਕਨੀ ਜਿਹੜਾ ਧ੍ਰਿਤਰਾਸ਼ਟਰ ਦੀ ਵਾਈਫ ਗੰਧਾਰੀ ਸੀਗੀ, ਗੰਧਾਰ ਜਿਹੜਾ ਕਿ ਹੁਣ ਅਫਗਾਨਿਸਤਾਨ ਦੇ ਵਿੱਚ ਹੈ, ਉੱਥੋਂ ਦੀ ਰਾਜਕੁਮਾਰੀ ਸੀਗੀ। ਤੇ ਸੁਬਾਲਾ ਉਹਨਾਂ ਦਾ ਫਾਦਰ ਸੀ, ਉਹਦੇ ਵੀ 100 ਪੁੱਤ ਸੀ। ਤੇ ਗੰਧਾਰੀ ਭੈਣ ਸੀਗੀ, ਬਹੁਤ ਕਹਿੰਦੇ ਬਿਊਟੀਫੁਲ ਸੀ, ਪ੍ਰਿੰਸੈਸ ਸੀਗੀ। ਤੇ ਪਿਤਾਮਾ ਨੇ ਇੱਕ ਪ੍ਰਪੋਜ਼ਲ ਦਿੱਤੀ ਕਿ ਗੰਧਾਰੀ ਦਾ ਵਿਆਹ ਧ੍ਰਿਤਰਾਸ਼ਟਰ ਨਾਲ ਕਰ ਦਿਓ, ਕਿਉਂਕਿ ਇਹ ਬਹੁਤ ਵੱਡਾ ਹਸਤਨਾਪੁਰ ਦਾ ਰਾਜ ਸੀਗਾ ਤੇ ਉਹ ਛੋਟਾ ਜਿਹਾ ਰਾਜ ਸੀਗਾ। ਤੇ ਨਾਲੇ ਵੈਸੇ ਹੀ ਪਤਾ ਸੀ ਉਹ ਜ਼ਬਰਦਸਤੀ ਕਰੂਗਾ। ਸੋ ਉਹਦੇ ਜਿਹੜੇ ਗੰਧਾਰੀ ਦੇ ਫਾਦਰ ਨੇ ਯੈਸ ਕਰਤੀ, ਗੰਧਾਰੀ ਨੇ ਵੀ ਯੈਸ ਕਰਤੀ ਕਿ ਅਸੀਂ ਧ੍ਰਿਤਰਾਸ਼ਟਰ ਨਾਲ ਇਹਦੀ ਸ਼ਾਦੀ ਕਰ ਦੇਣੀ ਹੈ। ਜਿਹੜਾ ਸ਼ਕੁਨੀ ਸੀਗਾ, ਉਹਦਾ ਆਪਣੀ ਭੈਣ ਨਾਲ ਪਿਆਰ ਸੀ, ਉਹਨੂੰ ਬੜਾ ਗੁੱਸਾ ਸੀ ਦਿਲ ਦੇ ਵਿੱਚ ਕਿ ਮੇਰੀ ਭੈਣ ਕਿਸੇ ਅੰਨੇ ਨਾਲ ਸ਼ਾਦੀ ਕਰਾਊਗੀ। ਉਹ ਜਿਹੜੀ ਹੈਗੀ, ਇਸ ਕਰਕੇ ਉਹਦਾ ਗੁੱਸਾ ਉਹਦੇ ਚੜਿਆ ਰਹਿੰਦਾ ਸੀ। ਪਰ ਸੋਚਣ ਵਾਲੀ ਗੱਲ ਹੈ, ਗੰਧਾਰੀ ਨੂੰ ਜਦੋਂ ਉਹਦੇ ਫਾਦਰ ਨੇ ਐਸਟ੍ਰੋਲੋਜਰ ਨੂੰ ਦਿਖਾਇਆ ਕਿ ਇਹਦੀ ਜਨਮ ਕੁੰਡਲੀ ਦੇਖ, ਤੇ ਉਹਨਾਂ ਨੇ ਦੱਸਿਆ ਵੀ ਇਹਦੇ ਪਹਿਲੇ ਪਤੀ ਦੀ ਡੈਥ ਹੋ ਜੂਗੀ ਰਾਈਟ ਵੇ। ਸੋ ਉਹਨਾਂ ਨੂੰ ਫਿਕਰ ਹੋ ਗਿਆ ਕਿ ਧ੍ਰਿਤਰਾਸ਼ਟਰ ਦੀ ਰਾਜੇ ਦੀ ਡੈਥ ਹੋ ਜੂਗੀ। ਉਹਨਾਂ ਨੇ ਇਹਦਾ ਇੱਕ ਸਬਸਟੀਚਿਊਟ ਲੱਭਿਆ। ਸਬਸਟੀਚਿਊਟ ਕੀ ਲੱਭਿਆ ਕਿ ਗੰਧਾਰੀ ਦੀ ਇੱਕ ਬੱਕਰੇ ਨਾਲ ਸ਼ਾਦੀ ਕਰਾ ਕੇ ਉਹਨੂੰ ਬੱਕਰੇ ਨੂੰ ਮਾਰਤਾ ਵੀ ਇਹ ਵਿਧਵਾ ਹੋ ਗਈ। ਗੱਲ ਤਾਂ ਇਹ ਸੀਗੀ। ਪਰ ਜਦੋਂ ਧ੍ਰਿਤਰਾਸ਼ਟਰ ਨੂੰ ਕੁਝ ਸਾਲਾਂ ਬਾਅਦ ਪਤਾ ਲੱਗਿਆ ਕਿ ਗੰਧਾਰੀ ਦੀ ਤਾਂ ਪਹਿਲਾਂ ਕੋਈ ਸ਼ਾਦੀ ਹੋਈ ਸੀ, ਐਂ ਤਾਂ ਨਹੀਂ ਪਤਾ ਬੱਕਰੇ ਨਾਲ ਹੋਈ ਹੈ, ਕਿਉਂਕਿ ਕੰਨਾਂ ਦਾ ਕੱਚਾ ਸੀਗਾ। ਉਹਨੇ ਕਿਹਾ ਵੀ ਸ਼ਾਦੀ ਹੋਈ ਹੈ, ਮੇਰੇ ਨਾਲ ਝੂਠ ਬੋਲਿਆ। ਤੇ ਉਹਨੇ ਚੱਕ ਕੇ ਹਮਲਾ ਕਰਤਾ ਗੰਧਾਰ ਤੇ ਗੰਧਾਰ ਦਾ ਜਿਹੜਾ ਰਾਜਾ ਸੀ, ਜਿਹੜਾ ਗੰਧਾਰੀ ਦਾ ਜਿਹੜਾ ਫਾਦਰ ਸੀ, ਤੇ ਨਾਲੇ ਜਿੰਨੇ ਉਹਦੇ ਪੁੱਤਰ ਸੀ ਸਾਰਿਆਂ ਨੂੰ ਫੜ ਕੇ ਜੇਲ੍ਹ 'ਚ ਬੰਦ ਕਰਤਾ। ਤਸ਼ੱਦਦ ਇਹ ਕੀਤਾ ਕਿ ਇਹਨਾਂ ਨੂੰ ਤੜਫਾ ਕੇ ਮਾਰਨਾ। ਵਿੱਚ ਹੀ ਸ਼ਕਨੀ ਸੀਗਾ ਜੇਲ੍ਹ 'ਚ, ਤੜਫਾ ਕੇ ਕੀ ਮਾਰਨਾ। ਉਹਨੇ ਕੀ ਫਾਰਮੂਲਾ ਅਡਾਪਟ ਕੀਤਾ ਵੀ ਜਿਹੜੇ 101 ਬੰਦਾ ਸੀਗਾ, ਤੇ ਉਹ 101 ਬੰਦਿਆਂ ਨੂੰ ਜਿਹੜਾ ਖਾਣਾ ਦਿੱਤਾ ਜਾਂਦਾ ਸਿਰਫ ਇੱਕ ਬੰਦੇ ਦਾ ਦਿੱਤਾ ਜਾਂਦਾ ਸੀ। ਉਹਨਾਂ ਨੂੰ ਪਤਾ ਵੀ ਖਾਣਾ ਇੰਨਾ ਘੱਟ ਦਿਓ ਤਾਂ ਕਿ ਭੁੱਖੇ ਰਹਿ ਕੇ ਹੌਲੀ ਤੜ ਕੇ ਮਰ ਜਾਣਗੇ। ਪਰ ਪਿਓ ਨੂੰ ਬੜਾ ਗੁੱਸਾ ਸੀ ਵੀ ਸਾਨੂੰ ਇਹ ਨਜਾਇਜ਼ ਆਪਣੀ ਤਾਕਤ ਦੀ ਵਰਤੋਂ ਕਰਕੇ ਸਾਨੂੰ ਜੇਲ੍ਹ ਛਿੱਟਿਆ। ਉਹਨਾਂ ਨੇ ਕੀ ਫੈਸਲਾ ਕੀਤਾ? ਫੈਸਲਾ ਇਹ ਹੋਇਆ
कि ਆਪਾਂ ਜੇ ਜਿੰਨੇ ਵੀ ਹੈ ਨਾ ਦਾ ਇੱਕ ਮੁੱਠੀ ਜੇ ਚੌਲਾਂ ਦੀ ਦਿੰਦਾ ਹੈ ਤਾਂ ਇਹਦੇ ਚੋਂ ਆਪਾਂ ਇੱਕ ਹੀ ਚੌਲ ਦਾ ਦਾਣਾ ਖਾ ਲਓ, ਬਾਕੀ ਸਾਰੇ ਸ਼ਕਨੀ ਦਿਓ। ਸ਼ਕਨੀ ਇੰਟੈਲੀਜੈਂਟ ਸੀਗਾ, ਛੋਟਾ ਵੀ ਸੀ, ਇੰਟੈਲੀਜੈਂਟ ਵੀ ਸਾਡੇ ਚੋਂ ਇੱਕ ਤਾਂ ਬਚ ਜੂਗਾ। ਸੋ ਇਸ ਤਰ੍ਹਾਂ ਕਰਕੇ ਸ਼ਕਨੀ ਨੂੰ ਪੂਰੀ ਖੁਰਾਕ ਮਿਲਦੀ ਰਹੀ ਤੇ ਉਹ ਹੌਲੀ ਹੌਲੀ ਮਰਦੇ ਗਏ ਤੇ ਅਖੀਰ ਦੇ ਵਿੱਚ ਜਿਹੜਾ ਗੰਦਾਰ ਦਾ ਰਾਜਾ ਸੀ ਉਹਨੇ ਧ੍ਰਿਤਰਾਸ਼ਟਰ ਨੂੰ ਰਿਕੁਐਸਟ ਕੀਤੀ ਵੀ ਸਾਡੇ ਇੰਨੇ ਬੰਦੇ ਮਰ ਰਹੇ ਨੇ, ਹੁਣ ਸਾਨੂੰ ਘੱਟੋ ਘੱਟ ਇੱਕ ਮੁੰਡੇ ਨੂੰ ਤਾਂ ਬਚਾ ਲਓ, ਇਹ ਜਾ ਕੇ ਆਪਣੇ ਗੰਦਾਰ ਦਾ ਰਾਜ ਪਾਠ ਸੰਭਾਲ ਲੂਗਾ। ਸੋ ਉਹਨੂੰ ਤਰਸ ਆ ਗਿਆ, ਉਹਨੇ ਸ਼ਕਨੀ ਨੂੰ ਜੇਲ੍ਹ ਚੋਂ ਕੱਢਤਾ। ਇੱਕ ਮਜ਼ੇਦਾਰ ਗੱਲ ਹੋਰ ਹੈ, ਸ਼ਕਨੀ ਲੰਗੜਾ ਸੀਗਾ, ਲੰਗ ਮਾਰ ਕੇ ਚੱਲਦਾ ਸੀਗਾ। ਉਹ ਕਿਉਂ ਸੀਗਾ? ਬਾਈ ਬਰਥ ਨਹੀਂ ਸੀਗਾ, ਬਾਈ ਬਰਥ ਬੜਾ ਸੁੰਦਰ ਸੀਗਾ, ਉਹ ਇੰਟੈਲੀਜੈਂਟ ਸੀਗਾ, ਲੰਗੜਾ ਵੀ ਨਹੀਂ ਸੀਗਾ। ਲੰਗੜਾ ਉਹ ਤਾਂ ਹੋਇਆ ਕਿਉਂਕਿ ਜੇਲ੍ਹ ਦੇ ਵਿੱਚ ਜਦੋਂ ਉਹਦੇ ਫਾਦਰ ਤੇ ਭਰਾਵਾਂ ਨੇ ਸੋਚਿਆ ਵੀ ਸ਼ਕਨੀ ਨੂੰ ਹੁਣ ਆਪਾਂ ਬਾਹਰ ਭੇਜਣਾ ਮਾਫੀ ਮੰਗ ਕੇ, ਵੀ ਇਹ ਕਿਤੇ ਬਦਲਾ ਲੈ ਲੈਣਾ ਭੁੱਲ ਜੇ, ਸੋ ਉਹਨਾਂ ਨੇ ਜੇਲ੍ਹ ਦੇ ਵਿੱਚ ਹੀ ਇਹਦੇ ਡਾਂਗਾ ਮਾਰ ਕੇ ਇਹਦੀ ਲੱਤ ਤੋੜਤੀ, ਤਾਂ ਕਿ ਵੀ ਜਦੋਂ ਇਹ ਲੰਗੜਾ ਚੱਲੂਗਾ ਤੇ ਇਹਨੂੰ ਯਾਦ ਹੋਊਗਾ ਕਿ ਮੈਂ ਆਪਣੇ ਪਿਓ ਨਾਲ ਵਾਅਦਾ ਕੀਤਾ ਤੇ ਮੈਂ ਧ੍ਰਿਤਰਾਸ਼ਟਰ ਦਾ ਕੁਲ ਜਾਂ ਕੌਰਵਾਂ ਦੀ ਕੁਲ ਹੀ ਨਾਸ਼ ਕਰਦਾ ਨਹੀਂ ਹੈ। ਸੋ ਇਸ ਕਰਕੇ ਜਿਹੜਾ ਸੀ ਸ਼ਕਨੀ ਸੀਗਾ ਉਹ ਇਹੋ ਜਿਹੀਆਂ ਸਕੀਮਾਂ ਬਣਾਉਂਦਾ ਰਹਿੰਦਾ ਸੀ, ਕਿਉਂਕਿ ਉਹਨੂੰ ਪਤਾ ਸੀਗਾ ਵੀ ਜਿਹੜਾ ਦੁਰਯੋਧਨ ਹੈ ਉਹ ਮੂਰਖ ਹੈ, ਉਹ ਚੱਕ ਚ ਆ ਜਾਂਦਾ, ਕੱਚੀ ਗੱਲ ਚ, ਉਹ ਪੁੱਠੀਆਂ ਗੱਲਾਂ ਨੂੰ ਛੇਤੀ ਜਾਗਦੀਆਂ। ਇਸ ਕਰਕੇ ਉਹ ਕੀ ਕਰਦਾ ਸੀਗਾ ਕਿ ਉਹਨੂੰ ਕੋਈ ਨਾ ਕੋਈ ਪੁੱਠੀ ਸਿੱਧੀ ਗੱਲ ਜਿਹੜੀ ਆ ਉਹਨੂੰ ਸਿਖਾਉਂਦਾ ਰਹਿੰਦਾ ਸੀਗਾ। ਉਹ ਇਸ ਕਰਕੇ ਹੋਇਆ ਕਿ ਉਹਨੇ ਪੁੱਠੀਆਂ ਸਕੀਮਾਂ ਬਣਾਈਆਂ ਸਾਰੀਆਂ। ਇਹੋ ਜਿਹੇ ਹੁੰਦੇ ਨੇ ਨਾ ਬੰਦੇ। ਦੇਖੋ ਜਦੋਂ ਇੰਦਰਪ੍ਰਸਥ ਉਹਨਾਂ ਨੇ ਕਾਮਯਾਬ ਕਰ ਲਿਆ, ਇਹਨੇ ਸ਼ਕਨੀ ਨੇ ਕਿਹਾ ਨਹੀਂ ਇਹ ਤਾਂ ਤੇਰਾ ਰਾਜਾ, ਤੇਰਾ ਹੱਕ ਬਣਦਾ, ਤੇਰਾ ਪਿਓ ਰਾਜਾ, ਇਹਨੂੰ ਤਾਂ ਐਵੇਂ ਬਣਾਤਾ ਤੇਰੇ ਪਿਓ ਨੇ। ਸੋ ਉਹਨਾਂ ਨੇ ਜੂਆ ਖੇਡਣ ਦੇ ਲਈ ਇਹਨਾਂ ਨੂੰ ਇਨਵਾਈਟ ਕਰ ਲਿਆ। ਜੂਏ ਦੀ ਇੱਕ ਬਹੁਤ ਵੱਡੀ ਇੰਟਰਸਟਿੰਗ ਸਟੋਰੀ ਹੈ। ਸ਼ਕਨੀ ਜਿਹੜਾ ਜੂਏ ਸੀਗਾ ਉਹ ਮੈਨੂੰ ਹੁਣ ਪਤਾ ਨਹੀਂ ਹੁਣ ਕੀ ਕਹਿੰਦੇ, ਚੌਸਰ ਕਹਿੰਦੇ ਨੇ, 4 ਪੱਤੇ ਜਾ ਕੇ ਡੀਟਾ ਜਿਹਾ ਛੱਡਦੇ ਜਿਹੜਾ ਨੰਬਰ ਆ ਜਾਏ ਉਹਦੇ ਹੋ ਜਾਂਦੇ ਨੇ। ਤੇ ਸ਼ਕਨੀ ਉਹਨਾਂ ਦੇ ਵਿੱਚ ਹੇਰਾਫੇਰੀ ਚ ਐਕਸਪਰਟ ਸੀ। ਉਹ ਵੀ ਇਸ ਕਰਕੇ ਹਿਸਟਰੀ ਚ ਆਉਂਦਾ ਕਿ ਸ਼ਕਨੀ ਦਾ ਜਿਹੜਾ ਫਾਦਰ ਸੀਗਾ ਉਹਨੇ ਮਰਨ ਲੱਗੇ ਕਿਹਾ ਕਿ ਜਿਹੜੀ ਮੇਰੀ ਰੀੜ ਦੀ ਹੱਡੀ ਹੈ ਨਾ ਇਹਦਾ ਕੱਢ ਕੇ ਤੂੰ ਉਹ ਜਿਹੜਾ ਫੈਂਕਣ ਵਾਲੇ ਹੁੰਦੇ ਨੇ, ਮੈਨੂੰ ਨਾਂ ਭੁੱਲ ਗਿਆ ਉਹਦਾ, ਵੀ ਉਹ ਤੂੰ ਬਣਾ ਲਈ। ਉਹਨੇ ਜਿਹੜੇ ਬਣਾਏ ਉਹ ਚੌਸਰ ਜੀ ਸਿੱਟਣ ਵਾਲੀ, ਤੇ ਉਹ ਇੰਨਾ ਕੰਟਰੋਲ ਕਰਦਾ ਸੀ ਵੀ ਜਿਹੜਾ ਨੰਬਰ ਚਾਹੁੰਦਾ ਸੀ ਉਹੀ ਆ ਜਾਂਦਾ ਸੀ। ਜਦੋਂ ਕਹਿੰਦੇ ਜਿਹੜਾ ਧ੍ਰਿਤਰਾਸ਼ਟਰ ਦੀ ਗੱਲ ਮੋੜਦੇ ਨਹੀਂ ਸੀ, ਯੁਧਿਸ਼ਠਿਰ ਵੀ ਮੇਰਾ ਪਿਓ ਹੈ ਤਾਂ ਨਹੀਂ ਸੀਗਾ ਪਰ ਪਿਓ ਦੇ ਸਮਾਨ ਇੱਜ਼ਤਮਾਨ ਕਰਦੇ ਸੀਗੇ। ਸੋ ਉਹਨੇ ਕਿਹਾ ਵੀ ਆ ਕੇ ਤੁਸੀਂ ਜੂਆ ਖੇਡ ਲਓ, ਕੋਈ ਨਹੀਂ ਆ ਜਾਓ। ਜੂਆ ਖੇਡਿਆ ਤੇ ਉੱਥੇ ਸ਼ਕਨੀ ਨੇ ਪਾਸੇ ਪਾ ਕੇ ਜੂਏ ਦੇ ਵਿੱਚ 5 ਭਰਾ ਹਾਰ ਗਏ, ਇੰਦਰਪ੍ਰਸਥ ਵੀ ਹਾਰ ਗਏ, ਇੱਥੋਂ ਤੱਕ ਕਿ ਉਹਨਾਂ ਦੀ ਜਿਹੜੀ 5 ਦੀ ਵਾਈਫ ਸੀਗੀ ਦ੍ਰੋਪਦੀ ਉਹ ਵੀ ਹਾਰ ਗਈ। ਜਦੋਂ ਹਾਰ ਗਈ ਦ੍ਰੋਪਦੀ ਤਾਂ ਉਹਨਾਂ ਨੇ ਕੀ ਕੀਤਾ ਕਿ ਦ੍ਰੋਪਦੀ ਨੂੰ ਜ਼ਬਰਦਸਤੀ ਖਿੱਚ ਕੇ ਉਹਨੂੰ ਨੰਗਾ ਕੀਤਾ। ਇੱਥੋਂ ਤੱਕ ਵੀ ਦੁਰਯੋਧਨ ਨੇ ਕਿਹਾ ਕਿ ਇਹਨੂੰ ਮੇਰੀ ਜੰਗਾਂ ਦੇ ਉੱਤੇ ਬਿਠਾਓ। ਜਿਹੜਾ ਕਰਨ ਸੀਗਾ ਉਹਨੇ ਕਿਹਾ ਇਹ ਤਾਂ ਵੈਸ਼ਯ ਹੈ। ਸੋ ਇਸ ਕਰਕੇ ਭਰੇ ਦਰਬਾਰ ਦੇ ਵਿੱਚ ਉਹਨੇ ਬੜੀਆਂ ਮਿੰਨਤਾਂ ਕੀਤੀਆਂ, ਧ੍ਰਿਤਰਾਸ਼ਟਰ ਦੀਆਂ ਵੀ, ਦਰੋਣਾਚਾਰਿਆ ਗੁਰੂ ਦੀਆਂ ਵੀ, ਭੀਸ਼ਮ ਪਿਤਾਮਹ ਦੀਆਂ ਵੀ, ਕਿਰਪਾਲੂ ਦੀਆਂ ਵੀ, ਕਿ ਦੇਖੋ ਮੇਰੇ ਨਾਲ ਤੁਹਾਡੀ ਮੈਂ ਬਹੂ ਆ, ਇਹਦੀ ਮੇਰੀ ਇੱਜ਼ਤ ਲਾਈ ਆ ਰਹੀ ਹੈ। ਤੇ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ, ਸਭ ਨੇ ਨੀਵੀਂ ਪਾ ਲਈ ਤੇ ਉਹਦੀ ਸਾੜੀ ਲਾਉਣ ਲੱਗੇ। ਤੇ ਅਖੀਰ ਦੇ ਵਿੱਚ ਜਦੋਂ ਉਹਨੇ ਕ੍ਰਿਸ਼ਨ ਭਗਵਾਨ ਨੂੰ ਯਾਦ ਕੀਤਾ ਤਾਂ ਉਸ ਵੇਲੇ ਕ੍ਰਿਸ਼ਨ ਪਰਮਾਤਮਾ ਭਗਵਾਨ ਪ੍ਰਗਟ ਹੋ ਕੇ ਉਹਨਾਂ ਨੇ ਐਸੀ ਸ਼ਕਤੀ ਦਿੱਤੀ ਕਿ ਜਿਹੜਾ ਦੁਸ਼ਾਸਨ ਸੀਗਾ ਦੁਰਯੋਧਨ ਦਾ ਛੋਟਾ ਭਰਾ, ਉਹ ਸਾੜੀ ਖਿੱਚਦਾ ਗਿਆ ਅਖੀਰ 'ਚ ਬੇਹੋਸ਼ ਹੋ ਕੇ ਡਿੱਗਿਆ। ਨੰਗੀ ਤਾਂ ਨਹੀਂ ਉਹਨੂੰ ਹੋਣ ਦਿੱਤੀ ਕਿਉਂਕਿ ਪਰਮਾਤਮਾ ਦਾ ਹੱਥ ਸੀਗਾ, ਪਰ ਬੇਇੱਜ਼ਤੀ ਪੂਰੀ ਹੋਈ। ਸੋ ਉਹਦੇ ਕਰਕੇ ਇਹਨਾਂ ਦੀ ਨਫ਼ਰਤ ਵੱਧ ਗਈ, ਲੜਾਈ ਦੇ ਅਸਾਰ ਜ਼ਿਆਦਾ ਵਧੀ ਗਏ। ਇੱਥੋਂ ਤੱਕ ਕਿ ਅਖੀਰ 'ਚ ਖੁਦ ਕ੍ਰਿਸ਼ਨ ਭਗਵਾਨ ਚੱਲ ਕੇ ਆਪ ਗਏ ਕਿ ਚਲੋ ਸਾਰੀ ਗੱਲ ਛੱਡੋ, ਲੜਾਈ 'ਚ ਕੋਈ ਫਾਇਦਾ ਨਹੀਂ, ਸਾਰੀ ਜ਼ਿੰਦਗੀ ਸਾਰੇ ਲੋਕ ਮਾਰੇ ਜਾਣਗੇ, ਤੁਸੀਂ ਐਂ ਕਰੋ ਇੰਦਰਪ੍ਰਸਥ ਛੱਡੋ, ਸਿਰਫ 5 ਪਿੰਡ ਦੇ ਦਿਓ। ਉਹ ਦੁਰਯੋਧਨ ਸੀ ਮੂਰਖ, ਉਹ ਕਹਿੰਦਾ 5 ਪਿੰਡ, ਮੈਂ ਤਾਂ 1 ਇੰਚ ਨਹੀਂ ਜਗ੍ਹਾ ਦਿੰਦਾ। ਬਸ ਇਹੀ ਕਾਰਨ ਸੀ ਉਹਦੀ ਆਕੜ ਕਰਕੇ ਕਿ ਉਹਦੇ ਕਰਕੇ ਫਿਰ ਯੁੱਧ ਜਿਹੜਾ ਹੈਗਾ ਉਹ ਸਟਾਰਟ ਹੋ ਗਿਆ। ਉੱਥੇ ਫਿਰ ਦੋਨੇ ਫੌਜਾਂ ਉੱਥੇ ਪਹੁੰਚ ਗਈਆਂ। ਯੁੱਧ ਜਿਹੜਾ 18 ਦਿਨ ਚੱਲਿਆ, ਉੱਥੇ ਲੱਖਾਂ ਕਰੋੜਾਂ ਜਿਹੜੇ ਬੰਦੇ ਸੀਗੇ ਉੱਥੇ ਹੋਏ। ਤੇ ਇੱਕ ਪਾਸੇ ਕੌਰਵਾਂ ਦੀ ਫੌਜ ਸੀਗੀ ਤੇ ਇੱਕ ਪਾਸੇ ਜਿਹੜਾ ਸੀਗਾ ਉਹ ਪਾਂਡਵਾਂ ਦੀ ਫੌਜ ਸੀਗੀ। ਜਦੋਂ ਉਹਨੇ ਦੇਖਿਆ ਅਰਜਨ ਨੇ ਕਿ ਵੀ ਪਾਂਡਵ ਜਿਹੜੇ ਕੌਰਵ ਨੇ ਉਹ ਮੇਰੇ ਆਪਣੇ ਨੇ, ਇਹਨਾਂ ਦੇ ਅਗੇਂਸਟ ਮੈਂ ਲੜਾਈ ਲੜੂੰਗਾ, ਤਾਂ ਉਹਨੇ ਆਪਣੇ ਹਥਿਆਰ ਥੱਲੇ ਕ੍ਰਿਸ਼ਨ ਭਗਵਾਨ ਦੇ ਚਰਨਾਂ 'ਚ ਰੱਖਤੇ ਤੇ ਉਹਨੂੰ ਕਿਹਾ ਵੀ ਕੇਸ਼ਵ, ਉਹ ਅਕਸਰ ਜਿਹੜਾ ਸੀਗਾ ਅਰਜਨ ਨੂੰ ਕੇਸ਼ਵ ਕਹਿੰਦਾ, ਕੇਸ਼ਵ ਨਾਲ ਕਿਸਮਤ ਲਿਖਣ ਵਾਲਾ,
परमात्मा कह लो, हमेशा कृष्ण भगवान नूं केशव कहना हुंदा सी, कहंदा केशव भी मैं तां बड़ा डबल माइंडेड हाँ, मैं नहीं अपने भरावां दे खिलाफ जंग कर सकदा, इहो जी युद्ध करके लोकां नूं मारन दा, रिश्तेदारां नूं मारन दा की फायदा, इहदे नालों चंगा कि मैं संन्यास लैके भिक्षा मंग के जंगलां चले जा, मैनूं इहो जिहे राज पाग दी कोई लोड़ नहीं है। सो उस वेले ਜਿਹੜਾ ਹੈਗਾ ਉਹ ਕ੍ਰਿਸ਼ਨ ਭਗਵਾਨ ਨੇ ਉਸ ਨੂੰ ਸਮਝਾਇਆ ਕਿ ਪਾਰਥ ਦਾ ਮਤਲਬ ਹੈ ਪਿਆਰੇ ਮਿੱਤਰ, ਤੇਰਾ ਫਰਜ਼ ਹੈ ਕਿ ਜਿਹੜਾ ਇਨਜਸਟਿਸ ਹੋਇਆ ਨਾ ਉਹਨੂੰ ਖਤਮ ਕਰਨਾ। ਤੂੰ ਕਿਸੇ ਨੂੰ ਮਾਰ ਨਹੀਂ ਸਕਦਾ, ਕਿਉਂਕਿ ਮੌਤ ਤਾਂ ਕੇਵਲ ਸਰੀਰ ਦੀ ਹੁੰਦੀ ਹੈ, ਜਿਹੜੀ ਸੋਲ ਹੈ ਉਹ ਤਾਂ ਅਮਰ ਹੈ, ਉਹ ਤਾਂ ਇਮੋਰਟਲ ਹੈ। ਇਹ ਜਿਹੜੀ ਸੋਲ ਹੈ ਜਾਂ ਸਾਡੀ ਆਤਮਾ ਹੈ, ਇਹ ਸਰੀਰ ਦੇ ਇੱਕ ਸਰੀਰ ਚੋਂ ਨਿਕਲ ਕੇ ਦੂਸਰੇ ਸਰੀਰ ਦੇ ਵਿੱਚ ਚਲੀ ਜਾਂਦੀ ਹੈ। ਇਹਨੂੰ ਨਾ ਤਾਂ ਅੱਗ ਜਲਾ ਸਕਦੀ ਹੈ, ਨਾ ਹਵਾ ਉਡਾ ਸਕਦੀ ਹੈ, ਨਾ ਪਾਣੀ ਗਿੱਲਾ ਕਰ ਸਕਦੀ ਹੈ। ਸੋਲ ਦਾ ਕੰਮ ਤਾਂ ਸਿਰਫ ਇਹ ਹੈ, ਜਿਸ ਤਰ੍ਹਾਂ ਅਸੀਂ ਰੋਜ਼ਾਨਾ ਆਪਣੇ ਜਿਹੜੇ ਕੱਪੜੇ ਨੇ ਇੱਕ ਸਰੀਰ ਤੋਂ ਆਪਣੇ ਸਰੀਰ ਤੋਂ ਲਾ ਕੇ ਦੂਜੇ, ਅੱਜ ਮੈਂ ਚਿੱਟੇ ਪਾਏ ਨੇ ਕੱਲ ਨੂੰ ਕਾਲੇ ਪਾ ਲੂੰਗਾ, ਇਸੇ ਤਰ੍ਹਾਂ ਜਿਹੜੀ ਆਤਮਾ, ਜਿਹੜੀ ਸੋਲ ਹੈ, ਜਿਹੜੀ ਰੂਹ ਹੈ, ਉਹ ਇੱਕ ਸਰੀਰ ਨੂੰ ਛੱਡ ਕੇ ਦੂਜੀ ਸਰੀਰ ਦੇ ਵਿੱਚ ਚਲੀ ਜਾਂਦੀ ਹੈ। ਸੋ ਇਸ ਕਰਕੇ ਤੂੰ ਆਤਮਾ ਦਾ ਤਾਂ ਕੋਈ ਨੁਕਸਾਨ ਨਹੀਂ ਕਰ ਸਕਦਾ, ਤੇ ਸਰੀਰ ਦੀ ਕੋਈ ਵੈਲਿਊ ਨਹੀਂ, ਸਰੀਰ ਨੇ ਤਾਂ ਇੱਕ ਨਾ ਇੱਕ ਦਿਨ ਜ਼ਰੂਰ ਮਰਨਾ ਹੈ। ਸੋ ਇਸ ਕਰਕੇ ਜਿਹੜਾ ਬੰਦਾ ਇਨਜਸਟਿਸ ਕਰਦਾ, ਤੇਰਾ ਫਰਜ਼ ਬਣਦਾ ਹੈ ਕਿ ਜਿਹੜੀ ਰੌਂਗ ਚੀਜ਼ ਆ ਉਹਦੇ ਲਈ ਤੂੰ ਸਟੈਂਡ ਕਰ। ਗੀਤਾ ਦੇ ਵਿੱਚ ਇਹ ਉਪਦੇਸ਼ ਦਿੱਤਾ ਗਿਆ ਕ੍ਰਿਸ਼ਨ ਵੱਲੋਂ ਕਿ ਈਵਨ ਜੇ ਤੁਹਾਡੇ ਬਜ਼ੁਰਗ ਵੀ ਹੋਣ, ਤੁਹਾਡੇ ਵੱਡੇ ਵੀ ਹੋਣ, ਜੇ ਤੁਹਾਡੇ ਨਾਲ ਨਜਾਇਜ਼ ਕਰਦੇ ਨੇ, ਇਨਜਸਟਿਸ ਕਰਦੇ ਨੇ, ਗਲਤ ਡਿਸੀਜਨ ਕਰਦੇ ਨੇ, ਤੁਸੀਂ ਉਸ ਦੇ ਡਿਸੀਜਨ ਦੇ ਅਗੇਂਸਟ ਥੋੜਾ ਜਿਹਾ ਸਟੈਂਡ ਲਓ। ਇਫ ਯੂ ਆਰ ਇਗਨੋਰਿੰਗ, ਜੇ ਤੁਸੀਂ ਇਗਨੋਰ ਕਰਦੇ ਹੋ ਕਿ ਮੇਰੇ ਫਾਦਰ ਨੇ ਕਹਿਤਾ, ਹੁਣ ਸਾਡਾ ਆਪਣਾ ਫਾਦਰ ਹੈ ਫਾਰ ਐਗਜ਼ਾਮਪਲ, ਉਹ ਕਹਿੰਦੇ ਚਲੇ ਜਾ, ਚੱਲ ਚੱਲੀਏ ਮੇਰੇ ਨਾਲ ਵੈਸ਼ਿਆ ਦੇ ਕੋਠੇ ਤੇ ਚੱਲਦੇ ਹਾਂ, ਪ੍ਰੋਸਟੀਟਿਊਸ਼ਨ ਚੱਲਦੇ ਹਾਂ, ਜੋ ਤੁਹਾਨੂੰ ਪਤਾ ਵੀ ਉਹ ਗਲਤ ਅੱਡਾ ਹੈ, ਤੇ ਤੁਸੀਂ ਆਪਣੇ ਫਾਦਰ ਨੂੰ ਵੀ ਕਹੋ ਵੀ ਨਹੀਂ ਇਹ ਗਲਤ ਥਾਂ ਹੈ, ਮੈਂ ਤਾਂ ਨਹੀਂ ਜਾਣਾ, ਤਾਂ ਉਹ ਜਦੋਂ ਤੁਸੀਂ ਨਾ ਕਰੋਗੇ ਤੇ ਫਾਦਰ ਤੁਹਾਨੂੰ ਹੋਰ ਗਲਤ ਕੰਮ ਕਰਨ ਤੋਂ ਰੋਕੂਗਾ। ਜੇ ਕਹੋਗੇ ਹੁਣ ਫਾਦਰ ਨੇ ਕਿ ਚਲੋ ਚੱਲਦੇ ਹਾਂ ਵੈਸ਼ਿਆ ਦੇ ਘਰ, ਜਾਂ ਚਲੇ ਮੈਂ ਖਾਣੇ ਚੱਲਦੇ ਹਾਂ, ਉੱਥੇ ਜਾ ਕੇ ਸ਼ਰਾਬ ਪੀਂਦੇ ਹਾਂ, ਤੇ ਜੋ ਤੁਸੀਂ ਇਗਨੋਰ ਕਰੋਗੇ ਫਿਰ ਫਾਦਰ ਦੇ ਹੌਸਲੇ ਵੱਧ ਜਾਣਗੇ, ਉਹ ਹੋਰ ਤੇ ਹੋਰ ਤੇ ਹੋਰ ਗਲਤ ਗੱਲਾਂ ਕਰਨਗੇ। ਸੋ ਇਹੀ ਗੀਤਾ ਦੇ ਵਿੱਚ ਦੱਸਿਆ ਕਿ ਜੇ ਤੁਹਾਨੂੰ ਕੋਈ ਤੁਹਾਡਾ ਕਲੋਜ਼ ਬੰਦਾ ਵੀ ਗਲਤ ਕੰਮ ਕਰਦਾ, ਉਸ ਦਾ ਤੁਸੀਂ ਉਸ ਟਾਈਮ ਵਿਰੋਧ ਕਰੋ ਵਧੀਆ ਸ਼ਬਦਾਂ ਦੇ ਵਿੱਚ। ਜਦੋਂ ਤੁਸੀਂ ਇਗਨੋਰ ਕਰਦੇ ਹੋ ਫਿਰ ਤੁਹਾਡੇ ਨਾਲ ਇੰਜਸਟਿਸ ਵਧੀ ਜਾਂਦੀ ਹੈ, ਵਧੀ ਜਾਂਦੀ ਹੈ, ਵਧੀ ਜਾਂਦੀ ਹੈ, ਤੇ ਅਖੀਰ ਦੇ ਵਿੱਚ ਫਿਰ ਕੋਈ ਹੱਲ ਨਹੀਂ ਹੁੰਦਾ, ਫਿਰ ਲੜਾਈ ਝਗੜਾ ਹੀ ਹੁੰਦਾ। ਬਿਲਕੁਲ ਠੀਕ ਇਹੀ ਗੱਲ ਹੋਈ ਨਾ, ਦੇਖੋ ਹਸਤਨਾਪੁਰ ਨੂੰ ਉਹਨੇ ਚੱਕ ਕੇ ਖੰਡਰ ਪ੍ਰਸਤ ਦੇਤਾ, ਜਦੋਂ ਉਹਨਾਂ ਨੇ ਤਰੱਕੀ ਕੀਤੀ ਤਾਂ ਜੂਏ 'ਚ ਉਹਨਾਂ ਨੂੰ ਬਨਵਾਸ ਭੇਜਤਾ। ਈਵਨ ਲਕਸ਼ਰ ਗ੍ਰਹਿ ਦੇ ਵਿੱਚ ਉਹ ਰਹਿੰਦੇ ਸੀ, ਉੱਥੇ ਰਾਤ ਨੂੰ ਅੱਗ ਲਾਤੀ, ਉਹ ਤਾਂ ਥੱਲੇ ਜ਼ਮੀਨ 'ਚ ਸੁਰੰਗ ਬਣ ਕੇ ਨਿਕਲ ਗਏ, ਉਹਨਾਂ ਨੂੰ ਭੇਜ ਆ ਗਿਆ CID ਬਿਦਰ ਨੇ ਦੇਤੀ ਸੀਗੀ। ਸੋ ਜਦੋਂ ਤੁਸੀਂ ਉਹਦੀ ਸਾੜੀ ਲਾਤੀ, ਕਿਸੇ ਨੂੰ ਵੈਸ਼ਿਆ ਕਹਿਦਾ ਕੁਛ, ਜਦੋਂ ਇੰਜਸਟਿਸ ਹੋਈ ਗਿਆ ਅਖੀਰ 'ਚ ਵੀ ਤਾਂ ਮਾਰੇ। ਸੋ ਇਸ ਕਰਕੇ ਯੁੱਧ ਨੂੰ ਜੇ ਟਾਲਾ, ਜੇ ਪਹਿਲੇ ਦਿਨ ਹੀ ਰੋਕ ਦਿੰਦੇ ਤਾਂ ਸ਼ਾਇਦ ਯੁੱਧ ਟਲ ਸਕਦਾ ਸੀ। ਦੂਜੀ ਗੱਲ ਇਹ ਹੈ ਕਿ ਯੂ ਕੈਨ ਕਿਲ ਓਨਲੀ ਦ ਬੋਡੀਜ਼ ਬਿਕਾਜ਼ ਸੋਲ ਇਜ਼ ਇਮੋਰਟਲ। at the time of death our soul is reborn again, ਉਹਦਾ ਫੇਰ ਜਨਮ ਹੋ ਜਾਂਦਾ ਹੈ। ਦੇਖੋ ਜੋ ਵੀ ਇਸ ਧਰਤੀ ਤੇ ਪੈਦਾ ਹੋਇਆ ਨਾ, ਉਹਦਾ ਇੱਕ ਨਾ ਇੱਕ ਦਿਨ ਨਾਸ਼ ਜ਼ਰੂਰ ਹੋਣਾ। ਇਹ ਗੱਲ ਸਾਰੇ ਧਰਮ ਕਹਿੰਦੇ ਨੇ। ਜਦੋਂ ਮੈਂ ਵੱਖ-ਵੱਖ ਧਰਮਾਂ ਦੀ ਨੇ ਪਿੱਛੇ 2 ਵੀਕ ਪਹਿਲਾਂ ਮੈਂ ਕੁਰਾਨ ਨੂੰ ਆਪਾਂ ਟੀਚਿੰਗ ਪੜ੍ਹੀਆਂ ਸੀ ਇਸਲਾਮ ਦੀਆਂ, ਉਸ ਤੋਂ ਪਹਿਲਾਂ ਆਪਾਂ ਕ੍ਰਿਸਚੈਨਿਟੀ ਨੂੰ ਸਟੱਡੀ ਕੀਤਾ ਸੀਗਾ, ਤੇ ਉਹ ਬਿਲਕੁਲ ਸਾਰੇ ਧਰਮ ਇਹੀ ਗੱਲ ਕਹਿੰਦੇ ਨੇ ਕਿ ਅਸੀਂ ਇੱਕ ਨਾ ਇੱਕ ਦਿਨ ਜ਼ਰੂਰ ਮਰਨਾ ਹੈ। ਪਰ ਜਿਹੜਾ ਪਰਮਾਤਮਾ ਹੈ ਨਾ, ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ, ਚਾਹੇ ਉਹ ਅੱਲਾ ਹੈ, ਚਾਹੇ ਉਹ ਖੁਦਾ ਹੈ, ਚਾਹੇ ਉਹ ਵਾਹਿਗੁਰੂ ਹੈ, ਚਾਹੇ ਉਹ ਪਰਮਾਤਮਾ, ਚਾਹੇ ਉਹ ਗੋਡ ਹੈ, ਉਹ ਆਪਣੇ ਆਪ ਪੈਦਾ ਹੋਇਆ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਬਾਕੀ ਦੁਨੀਆ ਦੇ ਵਿੱਚ ਕੁੱਲ ਕਾਇਨਾਤ ਦੇ ਵਿੱਚ ਹਰ ਚੀਜ਼ ਦਾ ਜਿਹੜਾ ਹੈਗਾ ਉਹਦਾ ਕੋਈ ਨਾ ਕੋਈ ਕਾਰਨ ਹੈ ਪੈਦਾ ਹੋਣ ਦਾ, ਪਰ ਪਰਮਾਤਮਾ ਦਾ ਨਹੀਂ। ਇੱਕ ਵਾਰ ਕੀ ਹੋਇਆ ਕਿ ਕਿਸੇ ਇਹ ਗੱਲ ਦਾ ਕੋਈ ਯਕੀਨ ਨਹੀਂ ਕਰਦਾ ਵੀ ਇਹ ਕਿਵੇਂ, ਜੇ ਸਾਰੇ ਇੱਕ ਤੋਂ ਦੂਜੇ ਨਾਲ ਪੈਦਾ ਹੁੰਦੇ ਨੇ, ਦੂਜੇ ਤੋਂ ਤੀਜੇ ਨਾਲ ਹੁੰਦੇ ਨੇ, ਪਰਮਾਤਮਾ ਆਪਣੇ ਆਪ ਹੀ ਕਿਵੇਂ ਪੈਦਾ ਹੋ ਗਿਆ? ਪਰਮਾਤਮਾ ਤੋਂ ਪਹਿਲਾਂ ਕੋਈ, ਆਪਾਂ ਕਹਿੰਦੇ ਕੋਈ ਵੀ ਨਹੀਂ ਸੀ, ਪਹਿਲਾਂ ਪਰਮਾਤਮਾ ਸੀ। ਇੱਕ ਰਾਜੇ ਨੇ ਕਿਸੇ ਮਹਾਪੁਰਸ਼ ਨੂੰ, ਕਿਸੇ ਫਕੀਰ ਨੂੰ ਇਹ ਕੁਐਸਚਨ ਕਰਤਾ ਕਿ ਜੀ ਮੈਨੂੰ ਇਹ ਗੱਲ ਸਮਝਾਓ, ਜਦੋਂ ਕਹਿੰਦੇ ਹੋ ਕਿ ਸਭ ਤੋਂ ਪਹਿਲਾਂ ਪਰਮਾਤਮਾ ਸੀ, ਪਰਮਾਤਮਾ ਤੋਂ ਪਹਿਲਾਂ ਕੌਣ ਸੀ? ਪਰਮਾਤਮਾ ਤੋਂ ਪਹਿਲਾਂ, ਅੱਲਾ ਤੋਂ ਪਹਿਲਾਂ, ਖੁਦਾ ਤੋਂ ਪਹਿਲਾਂ ਕੌਣ ਸੀ? ਮੈਂ ਨਹੀਂ ਮੰਨਦਾ ਵੀ ਖੁਦਾ ਤੋਂ ਪਹਿਲਾਂ ਵੀ ਕੋਈ ਨਹੀਂ ਹੋਊਗਾ, ਖੁਦਾ ਤੋਂ ਪਹਿਲਾਂ ਵੀ ਕੋਈ ਨਾ ਕੋਈ ਹੋਏਗਾ। ਸੋ ਉਸ ਫਕੀਰ ਨੇ, ਉਸ ਪਰਫੈਕਟ ਮਾਸਟਰ ਨੇ ਕੀ ਕੀਤਾ? ਉਹਨੂੰ ਕਹਿੰਦੇ ਰਾਜਨ, ਰਾਜੇ ਨੂੰ ਕਹਿੰਦੇ ਇੱਕ ਥਾਲੀ ਦੇ ਵਿੱਚ, ਇੱਕ ਪਲੇਟ ਦੇ ਵਿੱਚ ਤੂੰ ਮੈਨੂੰ ਮੋਤੀ ਲੈ ਕੇ ਆ। ਉਹ ਮੋਤੀ ਮੰਗਾ ਲਏ। ਉਹਨੇ, ਰਾਜੇ ਨੇ ਤਾਂ ਸੋਚਿਆ ਵੀ ਸ਼ਾਇਦ ਇਹ ਮੋਤੀ ਲਾਲਚੀ ਆ, ਸ਼ਾਇਦ ਪੈਸੇ ਲੈਂਦਾ। ਜਦੋਂ ਮੋਤੀ ਥਾਲ ਦੇ ਵਿੱਚ ਆ ਗਏ ਤੇ ਉਹ ਫਕੀਰ ਕਹਿੰਦਾ ਉਹਨੂੰ, ਮੁਰਸ਼ਿਦ ਕਹਿੰਦਾ ਉਹਨੂੰ, ਕਾਮਲ ਮੁਰਸ਼ਿਦ ਸੀਗਾ, ਉਹ ਕਹਿੰਦਾ ਵੀ ਰਾਜਨ ਇਹ ਥਾਲੀ ਦੇ ਵਿੱਚ, ਇਹ ਪਲੇਟ ਦੇ ਵਿੱਚ ਕਿੰਨੇ ਮੋਤੀ ਨੇ, ਗਿਣ ਕੇ ਤਾਂ ਦੱਸ ਮੈਨੂੰ। ਤੇ ਉਹ ਰਾਜੇ ਨੇ ਗਿਣਨਾ ਸ਼ੁਰੂ ਕਰਤਾ, 1 2 3 4
5 6 ਉਹ ਕਾਮਲ ਮੁਰਸ਼ਿਦ ਕਹਿੰਦਾ ਨਹੀਂ 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 ਰਾਜਨ ਤੂੰ ਗਲਤ ਗਿਣੇ ਹੈ। ਉਹ ਕਹਿੰਦਾ ਚਲ ਮੈਂ ਫੇਰ ਗਿਣ ਲੈਣਾ। ਉਹਨੇ ਫੇਰ ਇੱਕ ਮੋਤੀ ਜਗ੍ਹਾ 1 2 3 4 5 ਕਾਮਲ ਮੁਰਸ਼ਿਦ ਕਹਿੰਦਾ ਨਹੀਂ 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 ਤੂੰ ਹਾਲੇ ਵੀ ਗਲਤ ਗਿਣਦਾ। ਉਹਨੇ ਫੇਰ ਗਿਣਨੇ ਸ਼ੁਰੂ ਕੀਤੇ ਤੀਜੀ ਵਾਰ, ਕਹਿੰਦਾ 1 2 3 4 ਕਹਿੰਦਾ ਨਹੀਂ ਤੀਜੀ ਵਾਰ ਵੀ ਤੂੰ ਗਲਤ ਗਿਣੀ ਜਾਂਦਾ। ਉਹ ਕਹਿੰਦਾ ਚੰਗਾ। ਉਹਨੇ ਹੌਲੀ ਦਿਨ ਇੱਕ ਮੋਤੀ ਜਗ੍ਹਾ ਕਹਿੰਦਾ 1 ਤੇ ਕਾਮਲ ਮੁਰਸ਼ਿਦ ਨੇ ਉਹਦੀ ਬਾਂਹ ਫੜ ਲਈ, ਕਹਿੰਦਾ 1 ਇਸ ਤੋਂ ਪਹਿਲਾਂ ਕੀ ਹੈ? ਕਹਿੰਦਾ ਇਸ ਤੋਂ ਪਹਿਲਾਂ ਤਾਂ ਕੁਝ ਵੀ ਨਹੀਂ। ਕਹਿੰਦਾ ਬਸ ਇਹੀ ਹੈ, ਜਿਵੇਂ ਮੋਤੀ ਇੱਕ ਤੋਂ ਪਹਿਲਾਂ ਕੋਈ ਨਹੀਂ ਸੀ, ਇਸੇ ਤਰ੍ਹਾਂ ਹੀ ਜਿਹੜਾ ਖੁਦਾ ਅੱਲਾ ਵਾਹਿਗੁਰੂ ਪਰਮਾਤਮਾ ਹੈ ਨਾ, ਉਸ ਤੋਂ ਪਹਿਲਾਂ ਹੋਰ ਕੋਈ ਵੀ ਨਹੀਂ ਸੀਗਾ। ਸੋ ਇਸ ਕਰਕੇ ਉਹਨਾਂ ਨੇ ਇਹ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪਰਮਾਤਮਾ ਜਿਹੜਾ ਹੈਗਾ ਉਹ ਇਸ ਦੁਨੀਆ ਦੇ ਵਿੱਚ ਹੈ ਤੇ ਉਸੇ ਨੇ ਹੀ ਇਹ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਹੈ। ਹੁਣ ਸਾਡੀ ਜ਼ਿੰਦਗੀ ਦਾ ਮੇਨ ਪਰਪਸ ਕੀ ਹੈ? ਕ੍ਰਿਸ਼ਨ ਭਗਵਾਨ ਸਮਝਾਉਂਦੇ ਨੇ ਕਿ ਸਾਡੀ ਜ਼ਿੰਦਗੀ ਦਾ ਮੇਨ ਪਰਪਸ ਟੂ ਰਿਲੀਜ਼ ਫਰੋਮ ਦ ਸਾਈਕਲ ਆਫ ਬਰਥ ਐਂਡ ਡੈਥ, ਕਿ ਅਲਟੀਮੇਟ ਗੋਲ ਲਿਬਰੇਸ਼ਨ ਹੈ, ਮੋਕਸ਼ ਹੈ, ਮੁਕਤੀ ਹੈ, ਸਾਲਵੇਸ਼ਨ ਹੈ, ਟੂ ਮਰਜ ਵਿਦ ਦ ਲਾਰਡ, ਟੂ ਮਰਜ ਵਿਦ ਦ ਗॉड, ਪਰਮਾਤਮਾ ਦੇ ਨਾਲ ਮਿਲਾਪ ਕਰਨਾ ਹੈ। ਸੋ ਉਹ ਮਿਲਾਪ ਕਿਸ ਤਰ੍ਹਾਂ ਹੋਊਗਾ? ਭਗਵਦ ਗੀਤਾ ਨੇ ਡਿਫਰੈਂਟ ਢੰਗ ਨਾਲ ਦੱਸਿਆ ਕਿ ਜੇ ਤੁਸੀਂ ਇਫ ਯੂ ਵਾਂਟ ਟੂ ਸੀ ਗॉड, ਇਫ ਯੂ ਗੋ ਫਸਟ ਯੂ ਹੈਵ ਟੂ ਗੋ ਵਿਦ ਇਨ। ਜਿਸ ਤਰ੍ਹਾਂ ਕਿ ਜੀਸਸ ਕ੍ਰਾਈਸਟ ਨੇ ਕਿਹਾ ਸੀ ਨਾ ਕਿ ਇਫ दाई आई बी सिंगल दाई होल बॉडी शैल बी फुल ऑफ लाइट, क्यों भटकता फिर रहा तू ऐ तलाशे यार में, रास्ता शह रग में है दिलबर पे जाने के लिए। सो यही गल है, जिस पाया भेद कलंदर दा, राह खोजिया अपने अंदर दा, ओ बासी है सुख मंदर दा, जिथे चढ़दी है ना लैंदी है। सो when you go within, ਤੇ ਉਹਦੇ ਲਈ ਜ਼ਰੂਰੀ ਹੈ ਕਿ ਯੂ ਵੈਨ ਇਫ ਯੂ ਗੋ ਫਾਰ ਏ ਹਜ ਟੇਕ ਏ ਹਾਜੀ ਵਿਦ ਯੂ, ਕਿ ਜੇ ਤੁਸੀਂ ਹਜ ਦੇ ਉੱਤੇ ਜਾਣੇ ਹੋ ਨਾ ਤੁਹਾਨੂੰ ਹਾਜੀ ਹੋਊਗਾ, ਫਿਰ ਤੁਹਾਨੂੰ ਈਜ਼ੀ ਸਮਝਾ ਦੇਣਗੇ ਮੱਕੇ ਮਦੀਨੇ ਕਿੱਥੇ ਕੰਕਰ ਮਾਰਨਾ, ਕਿੱਥੇ ਅਸੀਂ ਭੁੱਖੇ ਰਹਿਣਾ, ਕਿੱਥੇ ਅਸੀਂ ਚੱਲਣਾ, ਕਦੋਂ ਨਮਾਜ਼ ਪੜ੍ਹਨੀ ਹੈ, ਕਿੱਥੇ ਕੀ ਕਰਨਾ। ਇਸੇ ਤਰ੍ਹਾਂ ਹੀ ਜੇ ਤੁਸੀਂ ਪਰਮਾਤਮਾ ਨੂੰ ਮਿਲਣਾ ਤੇ ਤੁਹਾਨੂੰ ਕਿਸੇ ਕਾਮਲ ਮੁਰਸ਼ਿਦ ਦੀ ਜ਼ਰੂਰਤ ਹੈ, ਜਿਹੜੇ ਕਿ ਲਾਰਡ ਕ੍ਰਿਸ਼ਨ ਨੇ ਉੱਥੇ ਸੀਗੇ ਹੀ। ਸੋ ਇਸ ਕਰਕੇ ਲਾਰਡ ਕ੍ਰਿਸ਼ਨ ਸਮਝਾਉਂਦੇ ਨੇ ਕਿ ਜੇ ਪਰਮਾਤਮਾ ਨਾਲ ਮਿਲਾਪ ਕਰਨਾ ਹੈ ਜਾਂ ਤੂੰ ਮੁਕਤੀ ਪ੍ਰਾਪਤ ਕਰਨੀ ਹੈ, ਮੁਕਤੀ ਤਾਂ ਹੀ ਹੋਊਗੀ ਜਦੋਂ ਤੇਰਾ ਪਰਮਾਤਮਾ ਨਾਲ ਮਿਲਾਪ ਹੋਊਗਾ, ਤੇ ਮੁਕਤੀ ਪ੍ਰਾਪਤ ਤਾਂ ਹੋਊਗੀ 3 ਤਰੀਕਿਆਂ ਨਾਲ। ਉਹਨੂੰ ਕਹਿੰਦੇ ਨੇ 3 ਤਰੀਕੇ। ਇੱਕ ਕਹਿੰਦੇ ਨੇ ਗਿਆਨ ਯੋਗ, ਪਾਥ ਆਫ ਨੌਲੇਜ। ਦੂਜਾ ਹੈਗਾ ਪਾਥ ਆਫ ਐਕਸ਼ਨ, ਜਿਹੜਾ ਆਪਾਂ ਗਾਣਾ ਲਾਇਆ ਸੀ, ਕਰਮ ਕੀਏ ਜਬ ਫਲ ਕੀ ਇੱਛਾ ਨਾ ਕਰ ਇਨਸਾਨ, ਨਿਸ਼ਕਾਮ ਕਰਮ। ਤੇ ਤੀਜਾ ਹੈਗਾ ਭਗਤੀ ਯੋਗ, ਪਾਥ ਆਫ ਡਿਵੋਸ਼ਨ, ਪਾਥ ਆਫ ਮੈਡੀਟੇਸ਼ਨ। ਸੋ ਇਹ ਜਿਹੜੇ 3 ਤਰੀਕੇ ਨੇ, ਕਿਉਂਕਿ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਦਾ ਕਿ ਜਿਹੜੀ ਭਗਵਦ ਗੀਤਾ ਦੇ ਉੱਤੇ ਹੈ, ਮੈਂ 1970 ਦੇ ਵਿੱਚ ਰਿਸਰਚ ਕੀਤੀ ਸੀ ਭਗਵਦ ਗੀਤਾ ਦੇ ਉੱਤੇ, ਜਦੋਂ ਕਿ ਮੈਂ PhD ਕਰ ਰਿਹਾ ਸੀ। ਮੇਰੀ ਲਿਖੀ ਵੀ ਹੈ, ਥੀਸਿਸ ਵੀ ਇਹਦੇ ਉੱਤੇ ਲਿਖਿਆ ਹੋਇਆ, ਪਰ ਉਹ ਬਹੁਤ ਸਾਲ ਪਹਿਲਾਂ ਸੀ, ਉਦੋਂ ਸਿਰਫ ਡਿਗਰੀ ਲੈਣ ਦੀ ਸੀ। ਹੁਣ ਥੋੜੀ ਆਪ ਵੀ ਮਿਹਨਤ ਕੀਤੀ ਹੈ, ਅੰਦਰ ਵੀ ਕੀਤੀ ਹੈ, ਬਾਹਰ ਵੀ ਕੀਤੀ ਹੈ। ਹੁਣ ਜਿਹੜਾ ਉਹ ਜਿਹੜੇ ਸੋਚ ਵਿਚਾਰ ਆ, ਜਿਹੜੇ ਮੀਨਿੰਗ ਨੇ, ਉਹ ਮੇਰੇ ਜਿਹੜੇ ਜੀਨ ਦੇ ਵਿੱਚ ਨੇ ਉਹ ਡਿਫਰੈਂਟ ਹੋ ਗਏ, ਸਪਿਰਿਚੁਅਲ ਹੋ ਗਏ। ਉਦੋਂ ਡਿਗਰੀ ਲੈ ਲਈ ਸੀ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੀ ਬਕਾਇਦਾ ਭਗਵਦ ਗੀਤਾ ਦੇ ਉੱਤੇ ਰਿਸਰਚ ਕੀਤੀ ਵੀ ਹੈ, ਥੀਸਿਸ ਲਿਖਿਆ ਹੋਇਆ। ਸੋ ਇਸ ਕਰਕੇ ਮੈਨੂੰ ਕੋਈ ਪ੍ਰੋਬਲਮ ਨਹੀਂ, ਰਿਸਰਚ ਦੇ ਹਿਸਾਬ ਨਾਲ ਹੀ ਮੈਂ ਬਾਹਲੀ ਗੱਲ ਕਰਦਾ। ਸੋ ਗਿਆਨ ਯੋਗ, ਭਗਤੀ ਯੋਗ ਤੇ ਕਰਮ ਯੋਗ, ਇਹ ਕਈ ਵਾਰੀ ਉੱਥੇ ਕੁਐਸਚਨ ਹੁੰਦਾ ਸੀ ਤਿੰਨਾਂ ਦੇ ਵਿੱਚੋਂ ਸ੍ਰੇਸ਼ਟ ਕਿਹੜਾ। ਮੇਰੀ ਰਿਸਰਚ ਇਹ ਕਹਿੰਦੀ ਸੀ ਕਿ ਤਿੰਨਾਂ ਦੇ ਵਿੱਚ ਕੋਈ ਵੀ ਸ੍ਰੇਸ਼ਟ ਨਹੀਂ, ਤਿੰਨੇ ਹੀ ਸ੍ਰੇਸ਼ਟ ਨੇ। ਇਹ ਇੱਕ ਜਸਟ ਲਾਈਕ ਏ ਬਾਲ ਹੈ, ਗੇਂਦ ਹੈ। ਗੇਂਦ ਦਾ ਸਿਰਾ ਤੁਸੀਂ ਲੱਭਣਾ ਹੋਵੇ, ਗੇਂਦ ਦਾ ਸਿਰਾ ਕਿਵੇਂ ਲੱਭ ਲਓਗੇ? ਜਦੋਂ ਆਪਾਂ ਸਾਈਕਲ ਚਲਾਉਣੇ ਆ ਚੇਨ ਦੇ ਉੱਤੇ, ਚੇਨ ਕਿੱਥੋਂ ਸ਼ੁਰੂ ਹੋਈ ਤੁਸੀਂ ਦੱਸ ਨਹੀਂ ਸਕਦੇ, ਉਹ ਇੱਕ ਦੂਜੇ ਨਾਲ ਲਿੰਕ ਨੇ। ਇਸੇ ਤਰ੍ਹਾਂ ਹੀ ਜਿਹੜੇ ਤਿੰਨੇ ਪਾਥ ਨੇ, ਚਾਹੇ ਉਹ ਪਾਥ ਆਫ ਐਕਸ਼ਨ ਹੈ, ਪਾਥ ਆਫ ਨੌਲੇਜ ਹੈ, ਪਾਥ ਆਫ ਡਿਵੋਸ਼ਨ ਹੈ, ਤੁਸੀਂ ਕੋਈ ਵੀ ਕਿੱਥੋਂ ਵੀ ਸ਼ੁਰੂ ਕਰ ਲਓ, ਅਲਟੀਮੇਟਲੀ 2 ਤੁਸੀਂ ਆਪਣੇ ਆਪ ਹੀ ਤੁਹਾਨੂੰ ਮਿਲ ਜਾਣਗੇ। ਸੋਚੋ ਕਿਵੇਂ? ਜੇ ਆਪਾਂ ਮੈਡੀਟੇਸ਼ਨ ਕਰਨ ਲੱਗ ਜਾਈਏ, ਜਦੋਂ ਤੁਸੀਂ ਮੈਡੀਟੇਸ਼ਨ ਕਰੋਗੇ ਤੇ ਆਟੋਮੈਟਿਕਲੀ ਤੁਹਾਨੂੰ ਸੱਚਾ ਗਿਆਨ ਵੀ ਹੋ ਜਾਊਗਾ ਤੇ ਤੁਹਾਡੇ ਜਿਹੜੇ ਕੰਮ ਨੇ, ਰਹਿਣੀ ਸਹਿਣੀ ਆ, ਉਹ ਵੀ ਪਵਿੱਤਰ ਹੋ ਜਾਊਗੀ। ਜਦੋਂ ਤੁਸੀਂ ਆਪਣੇ ਕਹਿਣੀ ਤੇ ਕਰਨੀ ਨੂੰ ਸਾਫ਼ ਕਰਨ ਲੱਗ ਜਾਂਦੇ ਹੋ, ਹੱਕ ਹਲਾਲ ਦੀ ਕਮਾਈ ਖਾਂਦੇ ਹੋ, ਕਿਸੇ ਨੂੰ ਨਿੰਦਿਆ ਚੁਗਲੀ ਤੋਂ ਬਚਦੇ ਹੋ, ਤਾਂ ਆਟੋਮੈਟਿਕਲੀ ਤੁਹਾਡਾ ਜੀ ਵੀ ਕਰੂਗਾ ਹਰ ਭਗਤੀ ਕਰਨਾ, ਰੱਬ ਨਾਲ ਮਿਲਾਪ ਕਰਨ ਦਾ। ਫਿਰ ਉਹ ਜਿਹੜਾ ਰੱਬ ਨਾਲ ਮਿਲਾਪ ਕਰਨ ਦਾ, ਆਟੋਮੈਟਿਕਲੀ ਤੁਹਾਨੂੰ ਗਿਆਨ ਵੀ ਹੋ ਜਾਊਗਾ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਜਿਹੜਾ ਤਿੰਨੇ ਜਿਹੜੇ ਪਾਥ ਨੇ, ਪਾਥ ਆਫ ਐਕਸ਼ਨ, ਪਾਥ ਆਫ ਨੌਲੇਜ, ਪਾਥ ਆਫ ਡਿਵੋਸ਼ਨ, ਤੁਸੀਂ ਜਿੱਥੋਂ ਮਰਜ਼ੀ ਸ਼ੁਰੂ ਕਰੋ, ਉਹਦੇ ਨਾਲ ਆਟੋਮੈਟਿਕਲੀ ਜਦੋਂ ਤੁਸੀਂ ਨੇਕ ਨੀਅਤ ਨਾਲ ਕਰਦੇ ਹੋ ਤਾਂ ਉਹ ਇੱਕ ਦੂਜੇ ਨਾਲ ਤੁਹਾਨੂੰ ਆਪਣੇ ਆਪ ਹੀ ਅਟੈਚਮੈਂਟ ਹੋ ਜਾਂਦੀ ਹੈ। ਗੀਤਾ ਦੇ ਵਿੱਚ ਟੋਟਲ ਜਿਹੜੇ 18 ਚੈਪਟਰ ਨੇ ਉਹ 3 ਹਿੱਸਿਆਂ 'ਚ ਵੰਡੇ ਗਏ ਨੇ। ਹੁਣ ਮੈਨੂੰ ਇੰਜ ਨਹੀਂ ਯਾਦ
कि पहले ਜਿਹੜੇ 6 ਜਿਹੜੇ ਚੈਪਟਰ ਨੇ ਉਹ ਮੇਰੇ ਖਿਆਲ ਚ ਕਰਮ ਯੋਗ ਦੇ ਬਾਰੇ ਨੇ, ਪਾਥ ਆਫ ਐਕਸ਼ਨ ਦੇ ਬਾਰੇ ਨੇ, ਤੇ ਜਿਹੜੇ ਦੂਸਰੇ ਨੇ ਉਹ ਪਾਥ ਆਫ ਭਗਤੀ ਦੇ ਬਾਰੇ ਨੇ, ਤੇ ਜਿਹੜਾ ਅਖੀਰਲਾ ਉਹ ਪਾਥ ਆਫ ਗਿਆਨ ਦੇ ਬਾਰੇ ਨੇ, ਪਾਥ ਆਫ ਨੌਲੇਜ ਦੇ ਬਾਰੇ ਨੇ। ਤੇ ਇਹਦੇ ਵਿੱਚ ਭਗਵਾਨ ਕ੍ਰਿਸ਼ਨ ਨੇ ਇਹ ਤਿੰਨਾਂ ਨੂੰ ਬੜੀ ਅੱਛੀ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਗੀਤਾ ਦੇ ਵਿੱਚ ਇਹ ਟੀਚਿੰਗ ਇੰਪੋਰਟੈਂਟ ਨੇ ਕਿ ਜਿਵੇਂ ਆਪਾਂ ਜੇ ਗੀਤਾ ਦਾ ਚੈਪਟਰ ਜਿਹੜਾ ਹੈਗਾ 16 ਨੂੰ ਪੜ੍ਹੀਏ, ਉਹਦਾ ਸ਼ਲੋਕ ਹੈਗਾ 21ਵਾਂ। ਉੱਥੇ ਸ਼੍ਰੀ ਕ੍ਰਿਸ਼ਨ ਭਗਵਾਨ ਅਰਜਨ ਨੂੰ ਦੱਸਦੇ ਨੇ ਕਿ ਹਰ ਮਨੁੱਖ ਦੁਖੀ ਹੈ। ਅਰਜਨ ਨੇ ਸਵਾਲ ਪੁੱਛਿਆ ਵੀ ਅਸੀਂ ਸਾਰੇ ਦੁਖੀ ਕਿਉਂ ਆ? ਜੇ ਜਾਇਦਾਦਾਂ ਦੇ ਪਿੱਛੇ, ਰਾਜਪਾਟ ਦੇ ਮਗਰ ਭੱਜੇ ਫਿਰਦੇ ਆ, ਫਿਰ ਵੀ ਸਾਨੂੰ ਖੁਸ਼ੀ ਕਿਉਂ ਨਹੀਂ ਮਿਲਦੀ, ਆਨੰਦ ਕਿਉਂ ਨਹੀਂ ਹੁੰਦਾ, ਪਰਮ ਸੁੱਖ ਕਿਉਂ ਨਹੀਂ ਮਿਲਦਾ, ਅਸੀਂ ਦੁਖੀ ਕਿਉਂ ਰਹਿੰਦੇ ਆ? ਇਹ ਦੁੱਖ ਦਾ ਕਾਰਨ ਕ੍ਰਿਸ਼ਨ ਭਗਵਾਨ ਸਮਝਾਉਂਦੇ ਨੇ ਚੈਪਟਰ 16 ਦੇ ਵਿੱਚ ਸ਼ਲੋਕ 21ਵੇਂ ਦੇ ਵਿੱਚ। ਕਹਿੰਦੇ ਦੁੱਖ ਦਾ ਕਾਰਨ ਇੱਕੋ ਹੀ ਹੈ, ਉਹ ਹੈਗੀ ਸਾਡੀਆਂ ਇੱਛਾਵਾਂ। ਪਹਿਲਾਂ ਸਾਈਕੋਲੋਜੀਕਲੀ ਮੈਂ ਤੁਹਾਨੂੰ ਥੋੜੀ ਗੱਲ ਦੱਸ ਦਿੰਦਾ, ਗੀਤਾ 'ਚ ਨਹੀਂ ਵੀ ਹੈਗੀ, ਕਿ ਸਾਡਾ ਜਿਹੜਾ ਮਾਈਂਡ ਹੈ ਨਾ, ਜਿਹੜਾ ਹੈਗਾ ਮਨ, ਉਹਦੀਆਂ 3 ਕਰੈਕਟਰਿਸਟਿਕਸ ਨੇ। ਸਾਡਾ ਮਨ ਹਰ ਸਮੇਂ ਕੋਈ ਨਾ ਕੋਈ ਕੁਛ ਨਾ ਕੁਛ ਸੋਚਦਾ ਰਹਿੰਦਾ, ਉਹਦੀ ਕੋਈ ਨਾ ਕੋਈ ਇੱਛਾ ਹੁੰਦੀ ਹੈ, ਤੇ ਨਾਲ ਹੁਣ ਮੈਂ ਤੀਸਰੀ ਗੱਲ ਭੁੱਲ ਗਿਆ ਕੀ ਹੈ, ਕਿਉਂਕਿ ਚੱਲਦੇ ਲਾਈ ਦੇ ਵਿੱਚ। ਸੋ ਐਨੀਵੇ, ਸੋ ਕ੍ਰਿਸ਼ਨ ਭਗਵਾਨ ਨੇ ਕਿਹਾ ਵੀ ਸਾਡੀ ਦੁੱਖਾਂ ਦਾ ਜਿਹੜਾ ਮੇਨ ਕਾਰਨ ਹੈ ਉਹ ਹੈਗੀਆਂ ਡਿਜ਼ਾਇਰ, ਇੱਛਾ। ਕਿਉਂਕਿ ਸਾਡਾ ਮਨ ਕੁਦਰਤੀ ਤੌਰ ਤੇ ਇੱਛਾ ਪੈਦਾ ਕਰਦਾ ਰਹਿੰਦਾ ਹੈ। ਸਾਡੀ ਹਰ ਵਕਤ ਡਿਜ਼ਾਇਰ ਰਹਿੰਦੀ ਹੈ। ਹੁਣ ਮੇਰੇ ਕੋਲ ਚਾਹ ਦਾ, ਕਾਫੀ ਦਾ ਕੱਪ ਆ, ਸਰਬਤ ਜੀ ਲੈ ਕੇ ਆਏ ਨੇ, ਮੇਰਾ ਪੀਣ ਨੂੰ ਜੀ ਕਰਦਾ, ਪਰ ਮੈਂ ਜੇ ਕਰੂੰਗਾ ਤੇ ਮੈਂ ਬੋਲ ਨਹੀਂ ਸਕਣਾ। ਸੋ ਹਰ ਟਾਈਮ ਮੇਰੀ ਇੱਛਾ ਹੈ, ਇਸੇ ਤਰ੍ਹਾਂ ਹਰ ਇਨਸਾਨ ਦੀ ਇੱਛਾ ਹੈ। ਤੇ ਉਹ ਜਿਹੜੀਆਂ ਇੱਛਾਵਾਂ ਨੇ ਉਹਦਾ ਫਿਰ 2 ਢੰਗ ਨੇ। ਇੱਕ ਇੱਛਾ ਉਹ ਹੈ ਜਾਂ ਪੂਰੀ ਹੋ ਜੂਗੀ, ਜਾਂ ਇੱਛਾ ਪੂਰੀ ਨਹੀਂ ਹੁੰਦੀ। ਜੇ ਤਾਂ ਹੋ ਗਈ ਪੂਰੀ, ਫਿਰ ਆ ਜਾਊਗਾ ਲਾਲਚ, ਕਿਉਂਕਿ ਇਹ ਵੀ ਕੁਦਰਤ ਦਾ ਸਿਧਾਂਤ ਹੈ ਕਿ ਜਿਹੜੀ ਇੱਛਾ ਪੂਰੀ ਹੋਊਗੀ ਨਾ, ਜਿਵੇਂ ਗੁਰੂ ਸਾਹਿਬ ਨੇ ਕਿਹਾ, ਆਸਾਂ ਪਰਬਤ ਜਿੰਨੀਆਂ ਮੌਤ ਨਾਮਾ ਹੇਤ, ਕਿ ਇੱਕ ਇੱਛਾ ਪੂਰੀ ਹੁੰਦੀ ਹੈ, ਨਾਲ ਹੀ ਦੂਜੀ ਇੱਛਾ ਹੋਰ ਖੜੀ ਹੋ ਜਾਂਦੀ ਹੈ। ਆਪਾਂ ਇੱਕ ਛੋਟੀ ਐਗਜ਼ਾਮਪਲ ਅੱਜ ਦੀ ਲੈ ਲਓ। ਸਾਨੇ ਜਿਹੜੇ ਬੱਚੇ ਇੱਥੇ ਆਏ ਨੇ ਕੈਨੇਡਾ 'ਚ, ਮਾਂ-ਬਾਪ ਨੂੰ ਪੁੱਛ ਲਓ ਜਾਂ ਬੱਚਿਆਂ ਨੂੰ ਪੁੱਛ ਲਓ, ਜਿਹੜੇ ਸਟੂਡੈਂਟ ਵੀਜ਼ਾ ਤੇ ਆਏ ਨੇ, ਉਹਨਾਂ ਦੀ ਸਭ ਦੀ ਇੱਛਾ ਕਿ ਮੈਨੂੰ ਛੇਤੀ PR ਮਿਲ ਜੇ, ਪਰਮਾਨੈਂਟ ਰੈਜ਼ੀਡੈਂਸੀ। ਜਦੋਂ ਉਹਨਾਂ ਨੂੰ PR ਮਿਲ ਜਾਂਦੀ ਹੈ ਕਿ ਇੱਛਾ ਪੂਰੀ ਹੋਈ, ਨਾਲ ਹੀ ਕਹਿੰਦੇ ਨੇ ਮੈਂ ਤਾਂ ਕਾਰ ਲੈਣੀ ਹੈ, ਕਾਰ ਵੀ ਲੈ ਲਈ। ਹੁਣ ਮੈਨੂੰ ਬੇਸਮੈਂਟ ਚਾਹੀਦੀ ਹੈ, ਜਾਂ ਮੈਂ ਟਾਊਨ ਹਾਊਸ ਬਾਏ ਕਰਨਾ, ਟਾਊਨ ਹਾਊਸ ਲੈ ਲਿਆ। ਫਿਰ ਮੈਨੂੰ ਸੈਮੀ ਚਾਹੀਦਾ, ਫਿਰ ਸੈਮੀ ਤੋਂ ਬਾਅਦ ਵਿਆਹ ਕਰਾਉਣਾ, ਫਿਰ ਬੱਚੇ ਜੰਮਣੇ ਨੇ, ਫਿਰ ਬਿਜ਼ਨਸ ਕਰਨਾ, ਫਿਰ ਉਹ ਕਰਨਾ, ਆਹ ਕਰਨਾ। ਇੱਛਾ ਵਧੀ ਗਈ, ਤੇ ਇੱਛਾਵਾਂ ਜਿਉਂ ਵੱਧਦੀਆਂ ਲਾਲਚ ਵੱਧਦਾ। ਜਦੋਂ ਲਾਲਚ ਵੱਧਦਾ ਤੇ ਉਹਦੇ ਨਾਲ ਆਟੋਮੈਟਿਕਲੀ ਬੁਰੇ ਹੋਰ ਚੀਜ਼ਾਂ ਆ ਜਾਂਦੀਆਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੈਦਾ ਹੋ ਜਾਂਦਾ ਹੈ, ਨਿੰਦਿਆ ਚੁਗਲੀ ਦੀ ਹੋ ਜਾਂਦੀ ਹੈ, ਤ੍ਰਿਸ਼ਨਾ ਜੀ ਭਾਵਨਾ ਪੈਦਾ ਹੋ ਜਾਂਦੀ ਹੈ। ਸੋ ਇਸ ਕਰਕੇ ਅਸੀਂ ਦੁਖੀ ਹਾਂ। ਤੇ ਜੇ ਇੱਛਾ ਪੂਰੀ ਨਾ ਹੋਵੇ ਤਾਂ ਫਿਰ ਸਾਨੂੰ ਗੁੱਸਾ ਚੜ ਜਾਂਦਾ, ਹੰਕਾਰ ਆ ਜਾਂਦਾ, ਜਲਨ ਹੁੰਦੀ ਹੈ, ਜੈਲਸੀ ਹੁੰਦੀ ਹੈ, ਫਿਰ ਵੀ ਸਾਨੂੰ ਹੁੰਦਾ। ਸੋ ਤਰੀਕਾ ਭਗਵਾਨ ਨੇ ਦੱਸਿਆ, ਕ੍ਰਿਸ਼ਨ ਭਗਵਾਨ ਨੇ, ਵੀ ਇੱਛਾ ਤਾਂ ਪੈਦਾ ਹੋਊਗੀ, ਪਰ ਤੁਸੀਂ ਕੋਸ਼ਿਸ਼ ਕਰੋ ਕਿ ਇੱਛਾ ਨੂੰ ਕੰਟਰੋਲ ਕਰ ਲਓ। ਕੰਟਰੋਲ ਜ਼ਬਰਦਸਤੀ ਨਹੀਂ ਕਰ ਸਕਦੇ ਸੱਪ ਦੇ ਵਾਂਗ, ਕਿ ਜਿਵੇਂ ਸੱਪ ਨੂੰ ਜਿਹੜਾ ਜ਼ਹਿਰੀਲਾ ਹੁੰਦਾ, ਜੇ ਉਹਨੂੰ ਤੁਸੀਂ ਡੱਬੇ 'ਚ ਬੰਦ ਕਰ ਦਿਓਗੇ ਉਹਨਾਂ ਚਿਰ ਤਾਂ ਬਚ ਜਾਓਗੇ, ਜਦੋਂ ਡੱਬਾ ਪਟਾਰੀ ਖੋਲੋਗੇ ਉਹਨੇ ਡੰਗ ਜ਼ਰੂਰ ਮਾਰਨਾ। ਪਰ ਜੇ ਉਹਦੇ ਗਲ ਦੇ ਵਿੱਚੋਂ ਆਪਾਂ ਜ਼ਹਿਰ ਦੀ ਗੁਥਲੀ ਕੱਢ ਦਈਏ, ਚਾਹੇ ਗਲ 'ਚ ਪਾਈ ਤੋਰੋ, ਫਿਰ ਉਹ ਤੁਹਾਡੇ ਤੇ ਹਾਰਮ ਨਹੀਂ ਕਰੂਗਾ। ਇਸੇ ਤਰ੍ਹਾਂ ਹੀ ਜਿਹੜੀਆਂ ਸਾਡੀਆਂ ਇੱਛਾਵਾਂ ਮਰਦੀਆਂ ਤਾਂ ਹੈ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ, ਜਦੋਂ ਸਾਨੂੰ ਗਿਆਨ ਹੋ ਜਾਂਦਾ ਕਿ ਇਹਨਾਂ ਇੱਛਾਵਾਂ ਦੇ ਮਗਰ ਭੱਜਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਜਾਣਾ ਤਾਂ ਅਖੀਰ ਦੇ ਵਿੱਚ ਖਾਲੀ ਹੱਥ ਹੀ ਹੈ, ਕੋਈ ਅੱਜ ਤੱਕ ਨਾਲ ਲੈ ਕੇ ਨਹੀਂ ਗਿਆ। ਕੰਟੈਂਟਮੈਂਟ ਉਹਨਾਂ ਨੂੰ ਹੀ ਆਉਂਦੀ ਹੈ, ਕੰਟੈਂਟਮੈਂਟ ਅੰਦਰ ਹੈ, ਬਾਹਰ ਨਹੀਂ। ਬਾਹਰ ਜਿੰਨੀਆਂ ਮਰਜ਼ੀ ਚੀਜ਼ਾਂ ਇਕੱਠੀਆਂ ਕਰ ਲਓ, ਜਿੰਨੇ ਮਰਜ਼ੀ ਮਕਾਨ ਨਾਲ, ਜਿੰਨੀਆਂ ਮਰਜ਼ੀ ਮਹਿੰਗੀਆਂ ਕਾਰ ਨਾਲ, ਜਿੰਨੀ ਮਰਜ਼ੀ ਵੱਡੀ ਪਾਵਰ ਲੈ ਲਓ, ਕਦੇ ਵੀ ਸ਼ਾਂਤੀ ਅੰਦਰ ਨਹੀਂ ਆਉਂਦੀ। ਕਹਿੰਦੇ ਨੇ ਇੱਕ ਵਾਰ ਕੋਈ ਰਾਜਾ ਬੇਚੈਨ ਰਹਿੰਦਾ ਸੀਗਾ, ਪਰੇਸ਼ਾਨੀ ਰਹਿੰਦੀ ਸੀਗੀ, ਸ਼ਾਂਤੀ ਨਹੀਂ ਸੀ ਅੰਦਰ, ਸਕੂਨ ਨਹੀਂ ਸੀ। ਉਹਨੂੰ ਪਤਾ ਲੱਗਿਆ ਕਿ ਸਾਡੇ ਰਾਜ ਦੇ ਵਿੱਚ ਕੋਈ ਮਹਾਪੁਰਸ਼ ਰਹਿੰਦਾ ਹੈ, ਕੋਈ ਕਾਮਲ ਮੁਰਸ਼ਿਦ ਹੈ, ਪੂਰਨ ਸੰਤ ਹੈ। ਉਹ ਉਹਦੇ ਕੋਲੇ ਗਿਆ, ਉਹਨੂੰ ਜਾ ਕੇ ਚਰਨਾਂ ਦੇ ਪੈਰੀ ਹੱਥ ਲਾਏ ਤੇ ਕਹਿੰਦਾ, ਜੀ ਮੈਂ ਸਾਰੀ ਜ਼ਿੰਦਗੀ ਦੇਖੋ ਏਡੇ ਵੱਡੇ ਰਾਜ ਦਾ ਮਾਲਕ ਹਾਂ, ਮੇਰੇ ਕੋਲ ਅਣਗਿਣਤ ਸੋਨਾ ਚਾਂਦੀ ਘੋੜੇ ਹਾਥੀ ਨੇ, ਪਰ ਮੇਰੇ ਸ਼ਾਂਤੀ ਨਹੀਂ ਹੈ, ਮੈਨੂੰ ਸਕੂਨ ਨਹੀਂ, ਨੀਂਦ ਨਹੀਂ ਆਉਂਦੀ, ਮੈਨੂੰ ਇਹਦਾ ਕੋਈ ਹੱਲ ਦੱਸੋ ਕਿ ਮੈਨੂੰ ਸ਼ਾਂਤੀ ਕਿਵੇਂ ਆਵੇ।
ਉਹ ਜਿਹੜਾ ਕਾਮਲ ਮੁਰਸ਼ਿਦ ਸੀ, ਸੰਤ ਸੀ, ਉਹ ਕਹਿੰਦਾ ਰਾਜਨ ਇਹ ਤਾਂ ਐਂ ਕਰ, ਤੂੰ ਇੰਜ ਕਰ, ਕੋਈ ਇਹੋ ਜਿਹਾ ਬੰਦਾ ਲੱਭ ਜਿਹਨੂੰ ਸ਼ਾਂਤੀ ਆਈ ਵੀ ਹੈ, ਕੰਟੈਂਟਮੈਂਟ ਹੈਗੀ ਜਿਹਦੇ ਵਿੱਚ, ਤੇ ਉਹਦਾ ਕੁੜਤਾ ਜਾਂ ਕਮੀਜ਼ ਲਾ ਕੇ ਨਾ ਤੂੰ ਆਪਣੇ ਉੱਪਰ ਪਾ ਲੈ, ਤੇ ਜਦੋਂ ਹੀ ਕਮੀਜ਼ ਤੂੰ ਪਾਏਗਾ ਤੇ ਤੈਨੂੰ ਵੀ ਸ਼ਾਂਤੀ ਆ ਜਾਊਗੀ। ਰਾਜਾ ਬੜਾ ਖੁਸ਼ ਹੋਇਆ, ਤਾਂ ਬੜਾ ਆਸਾਨ ਕੰਮ ਹੈ। ਉਹ ਫਟਾਫਟ ਆਪਣੇ ਰਾਜ ਦੇ ਵਿੱਚ ਆਇਆ ਤੇ ਸਾਰੇ ਸੰਤਰੀਆਂ ਨੂੰ, ਮੰਤਰੀਆਂ ਨੂੰ ਇਕੱਠੇ ਕਰਕੇ ਕਹਿੰਦਾ ਵੀ ਮੇਰੀ ਗੱਲ ਸੁਣੋ, ਜਿਹੜੇ ਵੀ ਤੁਹਾਡੇ ਬੰਦੇ ਦੇ ਵਿੱਚ ਸ਼ਾਂਤੀ ਹੈ, ਕੰਟੈਂਟਮੈਂਟ ਹੈ, ਕੰਟਰੋਲਡ ਹੈ, ਇੱਛਾਵਾਂ ਦੇ ਉੱਤੇ ਡਿਜ਼ਾਇਰਸ ਕੰਟਰੋਲ ਨੇ, ਉਹ ਮੈਨੂੰ ਆਪਣਾ ਕਮੀਜ਼ ਲਾ ਕੇ, ਸ਼ਰਟ ਲਾ ਕੇ ਦੇ ਦਿਓ, ਤੇ ਮੈਨੂੰ ਜਿੰਨਾ ਕਹੋਗੇ ਮੈਂ ਤੁਹਾਨੂੰ ਪੈਸੇ ਦੇਵਾਂਗਾ। ਸਾਰਿਆਂ ਨੇ ਨੀਵੀਂ ਪਾਲੀ, ਕਿਉਂਕਿ ਕੰਟੈਂਟਮੈਂਟ ਦਾ ਕਿਸੇ ਕੋਲ ਵੀ ਨਹੀਂ ਸੀ, ਕੰਟਰੋਲ ਤਾਂ ਇੱਛਾਵਾਂ ਦਾ ਹਰ ਬੰਦਾ ਲਾਲਚੀ ਸੀਗਾ, ਗਰੀਡੀ ਸੀਗਾ। ਤੇ ਫਿਰ ਉਹਨੇ ਆਪਣੇ ਸ਼ਹਿਰ ਦੇ ਵਿੱਚ ਅਨਾਉਂਸਮੈਂਟ ਕਰਾਤੀ, ਮਨਾਦੀ ਫਰਾਤੀ ਵੀ ਕੋਈ ਇਹੋ ਜਿਹਾ ਬੰਦਾ ਹੈਗਾ ਜਿਹਦੇ ਕੋਲ ਆਪਣੀਆਂ ਇੱਛਾਵਾਂ, ਡਿਜ਼ਾਇਰ ਨੂੰ ਕੰਟਰੋਲ ਕਰ ਲਿਆ ਹੋਵੇ, ਤੇ ਮੈਨੂੰ ਉਹਦਾ ਕੁੜਤਾ ਚਾਹੀਦਾ। ਸਾਰੇ ਸ਼ਹਿਰ ਦੇ ਵਿੱਚੋਂ, ਸਾਰੇ ਰਾਜ ਚੋਂ ਨਹੀਂ ਕੋਈ ਮਿਲਿਆ। ਫਿਰ ਉਹਨੂੰ ਪਤਾ ਲੱਗਿਆ ਵੀ ਕੋਈ ਫਕੀਰ ਕਿਸੇ ਦਰਖਤ ਦੇ ਥੱਲੇ, ਟਰੀ ਦੇ ਥੱਲੇ ਬੈਠਾ, ਉਹ ਹਰ ਵਕਤ ਭਜਨ ਬੰਦਗੀ 'ਚ, ਇਬਾਦਤ 'ਚ ਰਹਿੰਦਾ, ਨਮਾਜ਼ ਪੜ੍ਹਦਾ, ਉਹਦੇ ਕੋਲੇ ਚੱਲੀਏ। ਜਦੋਂ ਰਾਜਾ ਉਹਦੇ ਕੋਲੇ ਗਿਆ, ਉਹਨੂੰ ਜਾ ਕੇ ਮੱਥਾ ਟੇਕਿਆ ਤੇ ਉਹਨੂੰ ਪੁੱਛਿਆ, ਜੀ ਗੁਰੂ ਜੀ ਜਾਂ ਰਾਜਨ ਜਾਂ ਮੌਲਵੀ ਜੀ, ਜੋ ਵੀ ਕੋਈ ਸ਼ਬਦ ਨਾ ਕਹਿਣਾ ਹੈ, ਮੁਰਸ਼ਿਦ ਤੁਹਾਡੇ ਕੋਲ ਕੰਟੈਂਟਮੈਂਟ ਹੈ ਕਿ ਤੁਹਾਡੇ ਕੋਈ ਇੱਛਾਵਾਂ ਦਾ ਕੰਟਰੋਲ ਹੈਗਾ, ਤੁਹਾਨੂੰ ਸੁੱਖ ਸ਼ਾਂਤੀ ਹੈਗੀ, ਸਕੂਨ ਹੈਗਾ? ਉਹ ਕਹਿੰਦਾ ਹਾਂ। ਕਹਿੰਦਾ ਵੈਰੀ ਗੁੱਡ, ਚਲੋ ਇੱਕ ਤਾਂ ਬੰਦਾ ਮਿਲਿਆ। ਕਹਿੰਦਾ ਜੀ ਮੈਨੂੰ ਆਪਣਾ ਕੁੜਤਾ ਦੇ ਦਿਓ, ਮੈਂ ਆਪਣਾ ਤੁਹਾਡਾ ਕਮੀਜ਼ ਲਾ ਕੇ ਪਾ ਲਾ, ਮੈਨੂੰ ਵੀ ਆਜੂ। ਉਹ ਕਹਿੰਦਾ ਮੇਰੇ ਕੋਲ ਤਾਂ ਕੁੜਤਾ ਹੀ ਨਹੀਂ ਹੈ। ਸੋ ਦੱਸਣ ਦਾ ਪਰਪਸ ਇਹ ਹੈ ਵੀ ਇਹ ਕੁੜਤਿਆਂ ਨਾਲ ਨਹੀਂ ਆਉਂਦਾ, ਉਹਨੇ ਇੱਕ ਸਮਝਾਉਣਾ ਸੀਗਾ ਵੀ ਸ਼ਾਂਤੀ ਹੈਗੀ, हैप्पीनेस इज विद इन, वस्तु कहीं ढूंढे कहीं किबिद आवे हाथ, कहो कविता पाइए जब भेदी लीजिए साथ, भेदी लिया साथ का, दीन वस्त्र लिखाए, कोट जन्म का पंथ था, पल में पहुंचा जाए। शांति साडे अंदर है, ਅਸੀਂ ਉਹਨੂੰ ਬਾਹਰ ਟੋਲਦੇ ਫਿਰਦੇ ਹਾਂ। ਜਿਉਂ ਤਿਲ ਮੇ ਤੇਲ ਹੈ ਚਕਮਕ ਮੇ ਆਗ, ਤੇਰਾ ਪ੍ਰੀਤਮ ਤੁਝ ਮੇ ਜਾਗ ਸਕੇ ਤੋ ਜਾਗ। ਜਿਸ ਤਰ੍ਹਾਂ ਸੈਸਮੀ ਸੀਡ ਦੇ ਅੰਦਰ ਤੇਲ ਹੁੰਦਾ, ਆਇਲ ਹੁੰਦਾ, ਉਸੇ ਤਰ੍ਹਾਂ ਹੀ ਜਿਹੜੇ ਸਾਡੇ ਸ਼ਾਂਤੀ ਆ, ਖੁਸ਼ੀ ਆ, ਉਹ ਸਾਡੇ ਅੰਦਰ ਹੈ। ਠੀਕ ਹੈ ਨਾ ਜੀ। ਜਿਵੇਂ ਹਿਰਨ ਹੁੰਦਾ, ਉਹਦੀ ਮਿਰਗਤਿਸ਼ਾ ਤੋਂ ਕਸਤੂਰੀ ਨੂੰ ਲੱਭਦੇ ਲਈ ਘਾਹ ਦੇ ਉੱਤੇ ਮੂੰਹ ਮਾਰਦਾ ਫਿਰਦਾ, ਉਹਦੇ ਜਿਹੜੀ ਕਸਤੂਰੀ ਉਹਦੇ ਅੰਦਰ ਹੁੰਦੀ ਹੈ। ਇਸੇ ਤਰ੍ਹਾਂ ਜਿਹੜੀ ਖੁਸ਼ੀ ਹੈ ਉਹ ਸਾਡੇ ਅੰਦਰ ਹੈ, ਪਰ ਅਸੀਂ ਉਸ ਖੁਸ਼ੀ ਨੂੰ ਲੱਭਣ ਦੇ ਲਈ ਬਾਹਰ ਟੱਕਰਾਂ ਮਾਰਦੇ ਹਾਂ। ਕਦੇ ਰਾਜਪਾਟ ਚੋਂ ਲੱਭਦੇ ਹਾਂ, ਕਦੇ ਸ਼ਰਾਬਾਂ ਕਬਾਬਾਂ ਚੋਂ ਲੱਭਦੇ ਹਾਂ, ਕਦੇ ਰਿਸ਼ਤੇਦਾਰੀਆਂ ਚੋਂ ਲੱਭਦੇ ਹਾਂ। ਜਿੰਨੀਆਂ ਮਰਜ਼ੀ ਟੱਕਰਾਂ ਮਾਰ ਲਓ, ਖੁਸ਼ੀ ਨਹੀਂ ਮਿਲਦੀ। ਖੁਸ਼ੀ ਉਹਨੂੰ ਮਿਲੂਗੀ ਜਦੋਂ ਅੰਦਰ ਕੋਸ਼ਿਸ਼ ਕਰੋਗੇ। ਜਿਵੇਂ ਕਿ ਕਿਹਾ ਨਾ, ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਹਿਨशाह। ਜਦੋਂ ਆਪਾਂ ਕੰਟਰੋਲ ਕਰ ਲਾਂਗੇ ਨਾ, ਮਸਤ ਹੋ ਜਾਾਂਗੇ, ਫਿਰ ਉਹ ਕਿਸੇ ਪਾਸੇ ਨਹੀਂ ਝਾਕਦਾ ਮੈਨੂੰ ਕਾਰਾਂ ਕੀ ਚਾਹੀਦੀਆਂ, ਕਿ ਵੱਡੇ ਘਰ 'ਚ ਜਿੱਥੇ ਵੀ ਬੈਠਾ, ਕੁੱਲੀ 'ਚ, ਛਪੜੀ 'ਚ, ਟਾਊਨ ਹਾਊਸ 'ਚ ਜਿਹੋ ਜਿਹੀ ਕਾਰ ਹੈ, ਉਹਦਾ ਕੰਮ ਇਹ ਹੈ ਵੀ ਹੱਕਾ ਲਾਲ ਦੀ ਥੋੜੀ ਜਿਹੀ ਕੀਤੀ, ਬਾਹਲਾ ਜੱਫਾ ਨਹੀਂ ਮਾਰਨਾ, ਤੇ ਆਪਣਾ ਭਜਨ ਸਿਮਰਨ ਕਰਕੇ ਮਾਲਕ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦਾ, ਉਹਨੂੰ ਅੰਦਰੋਂ ਆਨੰਦ ਆਉਂਦਾ ਹੈ। ਅਗਲੀ ਗੱਲ ਮੈਂ ਜਿਹੜੀ ਦੱਸਣੀ ਚਾਹੁੰਦਾ ਉਹ ਇਹ ਹੈ ਵੀ ਜਿਹੜੀ ਖੁਸ਼ੀ ਹੈ ਨਾ, ਪਰਮਾਤਮਾ ਨੂੰ ਜਦੋਂ ਤੁਸੀਂ ਮਿਲਣਾ, ਉਹਦੇ ਲਈ ਸਾਨੂੰ ਡਿਟੈਚ ਹੋਣਾ ਪਊਗਾ ਦੁਨੀਆ ਦੇ ਨਾਲੋਂ। ਜਿੰਨਾ ਚਿਰ ਤੱਕ ਅਸੀਂ ਦੁਨੀਆ ਦੇ ਨਾਲੋਂ ਡਿਟੈਚ ਨਹੀਂ ਨਾ ਹੁੰਦੇ, ਉਨਾ ਚਿਰ ਤੱਕ ਅਸੀਂ ਅੰਦਰ ਅਟੈਚ ਨਹੀਂ ਹੋ ਸਕਦੇ। ਜਿਹੜੀ ਮਧੂਮੱਖੀ ਹੈ, ਹਨੀ ਬੀ ਹੈ, ਤੁਸੀਂ ਦੇਖੋ ਜਦੋਂ ਉਹ ਫੁੱਲਾਂ ਦੇ ਉੱਤੇ ਸਵੇਰੇ ਸਵੇਰੇ ਜਾ ਕੇ ਦੇਖੋ ਬੈਠਦੀ ਹੈ, ਉਹ ਬਿਲਕੁਲ ਉਹਦੇ ਕਿਨਾਰੇ ਤੇ ਬੈਠਦੀ ਹੈ। ਜਦੋਂ ਉਹਦੇ ਕਿਨਾਰੇ ਤੇ ਬੈਠਦੀ ਹੈ, ਫੁੱਲਾਂ ਦਾ ਰਸ ਚੂਸ ਲੈਂਦੀ ਹੈ ਤੇ ਉੱਡ ਜਾਂਦੀ ਹੈ। ਜੇ ਉਹ ਫੁੱਲਾਂ ਦੇ ਵਿੱਚ ਧੱਸ ਜਾਵੇ ਤਾਂ ਉਹ ਫੁੱਲ ਹੋ ਜਾਣਗੇ ਬੰਦ, ਤੇ ਉਹ ਤਾਂ ਫਿਰ ਤੜਫ ਤੜਫ ਕੇ ਮਰ ਜੂਗੀ। ਇਸੇ ਤਰ੍ਹਾਂ ਹੀ ਕ੍ਰਿਸ਼ਨ ਜੀ ਨੇ ਸਾਨੂੰ ਸਮਝਾਇਆ ਵੀ ਤੁਸੀਂ ਦੁਨੀਆ 'ਚ ਰਹੋ, ਦੁਨੀਆ ਦੇ ਕੰਮਕਾਰ ਵੀ ਕਰੋ, ਬੱਚਿਆਂ ਦਾ ਪਾਲਣ ਪੋਸ਼ਣ ਵੀ ਕਰੋ, ਪਰ ਜਿਹੜੀ ਤੁਹਾਡੀ ਪ੍ਰਾਇੋਰਟੀ ਹੈ ਉਹ ਇਹ ਹੋਣੀ ਚਾਹੀਦੀ ਹੈ ਕਿ ਮੈਂ ਜਿਹੜੇ ਮਕਸਦ ਦੇ ਲਈ ਇਸ ਦੁਨੀਆ ਦੇ ਵਿੱਚ ਆਇਆ, ਮੋਕਸ਼ ਪ੍ਰਾਪਤ ਕਰਨ ਦੇ ਲਈ, ਉਹਦੇ ਲਈ ਵੀ ਉਹਨੂੰ ਕਿਵੇਂ ਪ੍ਰਾਪਤ ਕਰਨਾ ਹੈ, ਉਧਰ ਵੀ ਹੱਥ ਵਧਾਓ। ਜਿਵੇਂ ਕਹਿੰਦੇ ਨੇ, ਹੱਥ ਕਾਰ ਵੱਲ ਤੇ ਦਿਲ ਯਾਰ ਵੱਲ। ਆਪਣੇ ਮੈਨੂੰ ਯਾਦ ਹੈ, ਸਾਡੇ ਮਦਰ ਇੰਡੀਆ ਦੇ ਵਿੱਚ ਉਹ ਲੇਡੀਜ਼ ਬੈਠਦੀਆਂ, ਉਹ ਬੀਜ ਕੱਢਦੀਆਂ ਹੁੰਦੀਆਂ ਖਰਬੂਜੇ ਦਾ ਮੋਚਨੀ ਦੇ ਨਾਲ। ਉਹ ਮੋਚਨੀ ਨਾਲ ਖਰਬੂਜੇ ਦਾ ਬੀਜ ਵੀ ਕੱਢੀ ਜਾਂਦੇ, ਨਾਲੇ ਗੱਲਾਂ ਵੀ ਕਰੀ ਜਾਂਦੀਆਂ ਸੀ। ਸਾਡੀਆਂ ਪਿੰਡਾਂ ਦੇ ਵਿੱਚ ਔਰਤਾਂ, ਸਾਡੇ ਟਾਈਮ ਦੇ ਹੁਣ ਤਾਂ ਚਲੋ ਟੂਟੀਆਂ ਲੱਗ ਗਈਆਂ, ਉਸ ਟਾਈਮ ਜਦੋਂ ਖੂਹ ਤੋਂ ਜਾ ਕੇ ਪਾਣੀ ਭਰਦੀਆਂ ਸੀ, 2-2 3-3 ਘੜੇ, ਜਿਹੜੀਆਂ ਯੰਗ ਕੁੜੀਆਂ ਸੀਗੀਆਂ ਉਹ ਸਿਰ ਤੇ ਰੱਖ ਕੇ ਗੱਲਾਂ ਵੀ ਕਰੀਆਂ, ਭੱਜੀ ਵੀ ਜਾਂਦੀਆਂ, ਘੜਾ ਡਿੱਗਦਾ ਨਹੀਂ ਸੀ। ਕਿਉਂ? ਕਿਉਂਕਿ ਉਹਨਾਂ ਦਾ ਜਿਹੜਾ ਦਿਮਾਗ ਸੀਗਾ ਉਹ ਘੜੇ ਵੱਲ ਹੁੰਦਾ ਸੀ, ਮੂੰਹ ਨਾਲ ਉਹ ਗੱਲਾਂ ਕਰਦੇ ਸੀ। ਮੂੰਹ ਦੀ ਗੱਲ ਤੇ ਮੈਨੂੰ ਕੋਈ ਗੱਲ ਯਾਦ ਆ ਗਈ, ਯਾਰ ਪਰਮਾਤਮਾ ਨੇ ਸਾਨੂੰ 2 ਕੰਨ ਦਿੱਤੇ ਨੇ ਤੇ 1 ਮੂੰਹ ਦਿੱਤਾ। ਕਿਉਂ? ਪਰਮਾਤਮਾ ਕੋਈ ਮੂਰਖ ਥੋੜਾ ਸੀ, ਪਰਮਾਤਮਾ ਤਾਂ ਐਕਸਪਰਟ ਹੈ, ਪਰਫੈਕਟ ਹੈ। ਸਾਨੂੰ ਮੂੰਹ ਇਸ ਕਰਕੇ 1 ਦਿੱਤਾ ਹੈ ਕਿ ਬੋਲੀਏ ਅਸੀਂ ਘੱਟ, ਤੇ 2 ਕੰਨ ਹੈ ਕਿ ਸੁਣੀਏ ਜ਼ਿਆਦਾ।
ਅੱਜ ਦੇ ਕਲਯੁਗ ਦੀ ਨਿਸ਼ਾਨੀ ਹੈ ਕਿ ਅਸੀਂ ਕਿਸੇ ਨੂੰ ਬੋਲਣ ਤਾਂ ਦਿੰਦੇ ਹੀ ਨਹੀਂ। ਤੁਸੀਂ ਹੁਣ ਮੈਨੂੰ ਕਹੋਗੇ ਤਾਂ ਮੈਂ ਇਕੱਲਾ ਹੀ ਬੋਲੀ ਜਾਂਦਾ, ਮੈਂ ਤਾਂ ਸਭ ਵੱਡਾ ਮੂਰਖ ਹਾਂ। ਇਹ ਤਾਂ ਮੇਰੀ ਮਜਬੂਰੀ ਹੈ ਕਿਉਂਕਿ ਮੇਰੇ ਕੋਲ ਕੋਈ ਹੋਰ ਬੈਠਾ ਨਹੀਂ। ਅਦਰਵਾਈਜ਼ ਜਦੋਂ ਅਸੀਂ ਕੰਪਨੀ 'ਚ ਬੈਠਦੇ ਹਾਂ ਅਸੀਂ ਸੁਣਦੇ ਲੋਕਾਂ ਦੀ ਘੱਟ ਹਾਂ, ਪਰ ਆਪਣਾ ਭਾਸ਼ਣ ਜ਼ਿਆਦਾ ਦਿੰਦੇ ਹਾਂ, ਜਿਹਦੇ ਕਰਕੇ ਆਰਗੂਮੈਂਟ ਹੋ ਜਾਂਦਾ, ਜਿਹਦੇ ਕਰਕੇ ਇੱਕ ਦੂਜੇ ਨਾਲ ਸਾਡੀ ਸਹਿਚਾਰ ਮੇਲ ਮਿਲਾਪ ਨਹੀਂ ਹੁੰਦਾ। ਅਸੀਂ ਆਰਗੂਮੈਂਟ ਕਰਕੇ ਉਹਦਾ ਜਿਹੜਾ ਆਨੰਦ ਲੈਣਾ ਸੀ, ਆਨੰਦ ਲੈਣ ਦੀ ਥਾਂ ਤੇ ਸਾਨੂੰ ਗੁੱਸੇ ਗਿਲੇ ਅੰਦਰੋਂ ਈਰਖਾ ਪੈਦਾ ਹੋ ਜਾਂਦੀ ਹੈ। ਸੋ ਇਸ ਕਰਕੇ ਜਿਹੜੀ ਅਟੈਚਮੈਂਟ ਹੈ ਸਾਨੂੰ ਉਹ ਦੁਨੀਆ ਨਾਲੋਂ ਘੱਟ ਕਰਨ ਦੀ ਲੋੜ ਹੈ। ਤੁਸੀਂ ਟੀਵੀ ਦੇਖੋ, ਨਿੰਦਿਆ ਚੁਗਲੀ ਕਰੋ, ਜੋ ਮਰਜ਼ੀ ਕਰੋ, ਪਰ ਇਹ ਤਾਂ ਦੇਖੋ ਵੀ ਭਾਈ ਸਾਹਿਬ ਜਾਂ ਭੈਣ ਜੀ ਮੈਂ ਘੰਟਾ 2 ਘੰਟੇ ਬੈਠ ਕੇ ਉਸ ਅੱਲਾ ਨੂੰ, ਉਸ ਮੌਲਾ ਨੂੰ ਵੀ ਯਾਦ ਕਰਨਾ। ਉਸ ਵੇਲੇ ਜੋ ਸਵੇਰੇ ਸਵੇਰੇ ਉੱਠਣ ਦਾ ਟਾਈਮ ਹੁੰਦਾ ਉਦੋਂ ਬੜੀ ਵਧੀਆ ਨੀਂਦ ਆਉਂਦੀ ਹੈ, ਕੌਣ ਯਾਦ ਕਰਦਾ? ਜੇ ਅਮਿਤਾਭ ਬੱਚਨ ਦਾ ਆਪਾਂ ਟੀਵੀ ਸ਼ੋਅ ਦੇਖਣਾ ਹੋਵੇ ਜਾਂ ਕਿਸੇ ਰਿਸ਼ਤੇਦਾਰ ਦਾ ਇੰਡੀਆ ਤੋਂ ਫੋਨ ਆ ਜਾਏ, ਅਸੀਂ ਘੰਟਾ 2-2 ਘੰਟੇ ਸਾਡੀ ਨੀਂਦ ਉੱਡ ਜਾਂਦੀ ਹੈ, ਛੁੱਟੀਆਂ ਕਰਦੇ ਹਾਂ, ਕਿਤੇ ਫੂਫੇ ਦੀਆਂ, ਕਿਤੇ ਤਾਏ ਦੀਆਂ, ਕਿਤੇ ਕੱਪੜਿਆਂ ਦੀਆਂ, ਕਿਤੇ ਹੋਰ ਦੀਆਂ। ਪਰ ਜੇ ਪਰਮਾਤਮਾ ਦੀ ਅਸੀਂ ਗੁਰਦੁਆਰੇ, ਮੰਦਿਰ, ਮਸਜਿਦ ਜਾ ਕੇ 2 ਮਿੰਟ ਚੌਂਕੜੀ ਮਾਰਨੀ ਪਵੇ ਤਾਂ ਉਹਦੀ ਅਸੀਂ ਚੋਰੀ ਅੱਖ ਨਾਲ ਘੜੀ ਦੇਖਦੇ ਹਾਂ ਵੀ ਹਾਲੇ ਅੱਛਾ 5 ਮਿੰਟ ਹੀ ਹੋਏ ਨੇ, ਕਦੋਂ 2 ਘੰਟੇ ਨਿਕਲਣਗੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਸਾਨੂੰ ਜਿਹੜੀ ਹੈ ਨਾ ਬਾਹਰੀ ਦੁਨੀਆ ਦੇ ਨਾਲੋਂ ਸਾਨੂੰ ਡਿਟੈਚਮੈਂਟ ਕਰਨ ਦੀ ਲੋੜ ਹੈ। ਜਿੰਨੇ ਮਰਜ਼ੀ ਤੁਸੀਂ ਐਸ਼ਾਂ ਕਰ ਲਓ, ਕੁਛ ਕਰ ਲਓ, ਜਿੰਨੀਆਂ ਮਰਜ਼ੀ, ਤੇ ਉਹ ਐਸ਼ਾਂ ਤੁਹਾਡੀਆਂ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ। ਕਦੇ ਵੀ ਇਹ ਵੀ ਕਰੋ ਗੱਲ ਕਿ ਤੁਸੀਂ ਪਾਠ ਨੂੰ ਨਾ ਕਦੇ ਵੀ ਗੱਲ ਛੱਡੋ। ਜਦੋਂ ਤੁਸੀਂ ਕਿਸੇ ਨੂੰ ਪਾਠ ਦੇ ਵਿੱਚ ਛੱਡ ਦਿੰਦੇ ਹੋ ਨਾ, ਕੰਮ ਉਧਰ ਇਗਨੋਰ ਕਰ ਦਿੰਦੇ ਹੋ, ਫਿਰ ਤੁਹਾਨੂੰ ਸ਼ਾਂਤੀ ਨਹੀਂ ਮਿਲਦੀ। ਤੇ ਦੂਜੀ ਗੱਲ ਇਹ ਹੈ ਵੀ ਜੇ ਤੁਹਾਨੂੰ ਪਤਾ ਹੋਵੇ ਤੁਸੀਂ ਰਾਈਟ ਪਾਥ ਤੇ ਚੱਲ ਰਹੇ ਹੋ ਨਾ, ਤੁਸੀਂ ਠੀਕ ਕਰ ਰਹੇ ਹੋ, ਕੋਈ ਗੱਲ ਤੁਹਾਡੀ ਠੀਕ ਹੈ, ਤੇ ਫਿਰ ਉਹਦੇ ਤੇ ਤੁਸੀਂ ਫਰਮ ਰਹੋ। ਜਿੰਨਾ ਮਰਜ਼ੀ ਕੋਈ ਕਹੇ, ਤੁਸੀਂ ਆਪਣੇ ਪਰਮਾਤਮਾ 'ਚ ਵਿਸ਼ਵਾਸ ਕਰਕੇ ਉਸ ਸਟੈਂਡ ਦੇ ਉੱਤੇ ਪੱਕੇ ਰਹੋ। ਜਦੋਂ ਤੁਸੀਂ ਡਾਮਾਡੋਲ ਹੋ ਜਾਂਦੇ ਹੋ ਤੇ ਉਹ ਫਿਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਨੁਕਸਾਨ ਕਰਦਾ। ਇਹ ਗੀਤਾ ਦੇ ਵਿੱਚ ਵੀ ਦੱਸਿਆ ਗਿਆ ਹੈ। ਸੋ ਗੀਤਾ ਦੇ ਵਿੱਚ ਕੀ ਦੱਸਿਆ ਗਿਆ ਹੈ ਕਿ ਜੇ ਤੁਹਾਨੂੰ, ਜਿਵੇਂ ਹੁਣ ਉਹਨਾਂ ਨੂੰ ਪਤਾ ਸੀਗਾ ਯੁਧਿਸ਼ਟਰ ਨੂੰ ਪਤਾ ਸੀਗਾ ਕਿ ਸਾਡਾ ਜਿਹੜਾ ਪਿਓ ਹੈ ਧ੍ਰਿਤਰਾਸ਼ਟਰ, ਜਾਂ ਜਿਹੜਾ ਦੁਰਯੋਧਨ ਹੈ ਸਾਡੇ ਨਾਲ ਨਜਾਇਜ਼ ਕਰ ਰਿਹਾ, ਕਿਤੇ ਦ੍ਰੋਪਦੀ ਦਾ ਨਜਾਇਜ਼ ਕਰ ਰਿਹਾ, ਕਿਤੇ ਸਾਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ, ਕਿਤੇ ਸਾਨੂੰ ਪੱਥਰਾਂ ਦਾ ਰਾਜ ਦੇਤਾ, ਤੇ ਉਸ ਵੇਲੇ ਅਡੋਰ ਰਹਿੰਦੇ, ਸਟੈਂਡ ਲੈਣਾ ਚਾਹੀਦਾ। ਇਹਦੀ ਇੱਕ ਐਗਜ਼ਾਮਪਲ ਇਹ ਹੈ ਵੀ ਇੱਕ ਵਾਰ ਇੱਕ ਕਿਸੇ ਮਜ਼ਦੂਰ ਨੂੰ ਨਾ ਸੜਕ ਦੇ ਉੱਤੋਂ ਥੈਲੀ ਲੱਭੀ। ਉਹ ਜਦੋਂ ਥੈਲੀ ਉਹਨੇ ਖੋਲੀ ਤਾਂ ਉਹਦੇ ਵਿੱਚ 25 ਗੋਲਡ ਦੇ ਕੁਆਇਨ ਸੀ, ਉਹਨੇ ਗਿਣੇ। ਜਦੋਂ ਉਹ ਗਿਣ ਰਿਹਾ ਸੀ ਇੰਨੇ ਨੂੰ ਕੋਈ ਸੇਠ ਭੱਜਿਆ ਆਇਆ, ਤੇ ਉੱਥੇ 2-4 ਬੰਦੇ ਹੋਰ ਵੀ ਖੜੇ ਸੀਗੇ। ਉਹਨੇ ਪੁੱਛਿਆ ਕਿ ਭਾਈ ਸਾਹਿਬ ਮੇਰੀ ਨਾ ਥੈਲੀ ਗੁੰਮ ਹੋ ਗਈ, ਕਿਸੇ ਨੂੰ ਲੱਭੀ ਹੈ? ਜੇ ਕਿਸੇ ਨੂੰ ਲੱਭੀ ਹੈ ਤਾਂ ਮੈਂ ਉਹਨੂੰ ਬਹੁਤ ਵਧੀਆ ਇਨਾਮ ਦੇਊਂਗਾ। ਉਹ ਮਜ਼ਦੂਰ ਨੇ ਕਹਿੰਦਾ ਜੀ ਆਹ ਤਾਂ ਨਹੀਂ ਥੈਲੀ? ਉਹ ਕਹਿੰਦਾ ਹਾਂ। ਕਹਿੰਦਾ ਉਹਨੇ ਫੜਾਤੀ ਥੈਲੀ। ਉਹਨੇ ਥੈਲੀ ਸੇਠ ਨੇ ਫੜੀ, ਮੂੰਹ ਤੇ ਆ ਗਈ ਸਮਾਈਲ, ਤੇ ਤੁਰ ਪਿਆ। ਤੇ ਪਿੱਛੋਂ ਮਜ਼ਦੂਰ ਨੇ ਆਵਾਜ਼ ਮਾਰੀ, ਕਹਿੰਦੇ ਸੇਠ ਜੀ ਗੱਲ ਤਾਂ ਸੁਣ ਲਓ, ਤੁਸੀਂ ਤਾਂ ਕਿਹਾ ਸੀ ਜਿਹੜਾ ਮੈਨੂੰ ਥੈਲੀ ਦੇਊਗਾ ਮੈਂ ਇਨਾਮ ਦੇਊਂਗਾ। ਮੈਂ 2 ਦਿਨ ਰੋਟੀ ਨਹੀਂ ਖਾਧੀ, ਮੈਨੂੰ ਕੋਈ ਮਜ਼ਦੂਰੀ ਮਿਲੀ ਨਹੀਂ, ਤੁਸੀਂ ਥੋੜੀ ਮੋਟੀ ਮੈਨੂੰ ਰੋਟੀ ਦਾ, ਸਾਹਮਣੇ ਹੋਟਲ ਹੈ, ਰੋਟੀ ਵੀ ਖਵਾ ਦਿਓ। ਸੇਠ ਸੀਗਾ ਚਲਾਕ, ਉਹ ਕਹਿੰਦਾ ਰੋਟੀ? ਕਹਿੰਦਾ ਹਾਂ। ਉਹਨੇ ਥੈਲੀ ਚੋਂ ਗਿਣੇ, ਸਾਰੇ 2-4 ਬੰਦੇ ਉੱਥੇ ਖੜੇ ਸੀਗੇ, ਕੋਲੇ ਪੁਲਿਸ ਵਾਲਾ ਵੀ ਖੜਾ ਸੀ, ਗਿਣ ਕੇ ਕਹਿੰਦਾ ਇਹ ਤਾਂ 25 ਨੇ। ਉਹ ਕਹਿੰਦਾ ਤੂੰ ਯਾਰ ਚਲਾਕ ਹੈ। ਮਜ਼ਦੂਰ ਨੂੰ ਕਹਿੰਦਾ ਮੈਂ ਤਾਂ, ਮੇਰੀ ਥੈਲੀ 'ਚ ਤਾਂ 50 ਸੀ। ਕਹਿੰਦਾ ਨਾਲੇ ਚੋਰ ਨਾਲੇ ਚਤਰਾਈ, 25 ਤੂੰ ਕੱਢ ਰਹੀ ਆ ਉੱਪਰ ਦੀ, ਕਹਿੰਦਾ ਰੋਟੀ। ਕਹਿੰਦਾ ਹਟ ਪਰਾਂ, ਮੈਂ ਜੇ ਪੁਲਿਸ ਵਾਲ ਨੂੰ ਬੁਲਾ ਲਿਆ ਨਾ ਤੈਨੂੰ ਫੜ ਕੇ ਅੰਦਰ ਬੰਦ ਕਰ ਦੂ, ਤੇਰੇ ਛਿੱਤਰ ਮਾਰੂ। ਉਹ ਬੰਦਾ ਮਜ਼ਦੂਰ ਇਮਾਨਦਾਰ ਸੀਗਾ, ਉਹ ਕਹਿੰਦਾ ਬੁਲਾ ਲਓ ਜੀ ਪੁਲਿਸ ਵਾਲੇ ਨੂੰ। ਉਹ ਪੁਲਿਸ ਵਾਲਾ ਬੁਲਾ ਲਿਆ। ਪੁਲਿਸ ਵਾਲਾ ਸਾਰੀ ਗੱਲ ਸੁਣ ਰਿਹਾ ਸੀ, ਉਹਨੂੰ ਸਾਰੀ ਗੱਲ ਸਮਝ ਸੀਗੀ। ਉਹ ਕਹਿੰਦਾ ਜੀ ਮੈਂ ਨਹੀਂ ਫੈਸਲਾ ਕਰਦਾ, ਆਪਾਂ ਤਾਂ ਰਾਜੇ ਕੋਲੇ ਜਾਣਾ, ਤੁਹਾਨੂੰ ਲੈ ਕੇ ਦੋਨਾਂ ਨੂੰ। ਉਹ ਸੇਠ ਘਬਰਾ ਗਿਆ, ਉਹ ਕਹਿੰਦਾ ਚਲੋ ਛੱਡੋ ਜੀ, ਛੋਟੀ ਜਿਹੀ ਗੱਲ ਪਿੱਛੇ ਰਾਜੇ ਕੋਲੇ ਕਿਉਂ ਜਾਣਾ? ਉਹ ਕਹਿੰਦਾ ਨਾ, ਰਾਜੇ ਕੋਲ ਤਾਂ ਜਾਣਾ ਪਊਗਾ, ਇਹਨੇ ਚੋਰੀ ਕੀਤੀ ਹੈ, ਤੁਹਾਡੇ 25 ਜਿਹੜੇ ਕੁਆਇਨਸ ਰੱਖ ਲਏ। ਰਾਜੇ ਕੋਲੇ ਲੈ ਕੇ ਸਾਰੀ ਸਟੋਰੀ ਦੱਸੀ, ਤੇ ਰਾਜਾ ਹੁਣ ਇੰਟੈਲੀਜੈਂਟ ਸੀ। ਰਾਜਾ ਸੇਠ ਨੂੰ ਕਹਿੰਦਾ ਸੇਠ ਜੀ ਤੁਹਾਡੀ ਥੈਲੀ 'ਚ ਸੀਗੇ 50 ਸਿੱਕੇ, ਇਹਦਾ ਮਤਲਬ ਇਹ ਹੈ ਵੀ ਇਹ ਥੈਲੀ ਤੁਹਾਡੀ ਹੈ ਹੀ ਨਹੀਂ। ਇਹ ਥੈਲੀ ਜਿਹੜੀ ਮਜ਼ਦੂਰ ਨੂੰ ਲੱਭੀ ਹੈ ਕਿਸੇ ਹੋਰ ਦੀ ਹੈ, ਜਿਹਦਾ ਪਤਾ ਨਹੀਂ ਨੌ ਥਾਂ ਕੌਣ ਹੈ। ਸੋ ਇਹ ਥੈਲੀ ਜਿਹੜੀ 25 ਸਿੱਕਿਆਂ ਦੀ ਹੈ, ਕਿਸੇ ਹੋਰ ਦੀ ਹੈ। ਇਸ ਕਰਕੇ ਚੋਂ 15 ਸਿੱਕੇ ਆਪਾਂ ਆਪਣੇ ਖਜ਼ਾਨੇ 'ਚ ਪਾ ਲੈਂਦੇ, 10 ਸਿੱਕੇ ਆਪਾਂ ਇਨਾਮ 'ਚ ਦਿੰਦੇ ਹਾਂ। ਤੇ ਸੇਠ ਨੂੰ ਫਿਰ ਪਛਤਾਵਾ, ਚਲਾਕੀ ਵਾਲੀ ਕੰਮ ਨਹੀਂ ਆਉਂਦੀ। ਤੇ ਜਿੱਥੇ ਬੰਦਾ ਇਮਾਨਦਾਰ ਹੈ ਨਾ, ਇਮਾਨਦਾਰੀ ਦੇ ਨਾਲ ਤੁਹਾਨੂੰ ਸਟੈਂਡ ਲੈਣਾ ਪੈਂਦਾ ਹੈ। ਜੇ ਤੁਸੀਂ ਇਮਾਨਦਾਰ ਹੋ ਤੇ ਫਿਰ ਫਿਕਰ ਕਰਨ ਦੀ ਲੋੜ ਨਹੀਂ। ਪਰਮਾਤਮਾ ਨੂੰ ਯਾਦ ਕਰਕੇ ਥੋੜ੍ਹੀਆਂ ਮੁਸ਼ਕਲਾਂ ਆਉਂਦੀਆਂ ਨੇ, ਪਰ ਅਲਟੀਮੇਟਲੀ ਕਿਉਂਕਿ ਪਰਮਾਤਮਾ ਤੁਹਾਡੇ ਨਾਲ ਹੁੰਦਾ, ਤੁਹਾਡੇ ਅੰਗ ਸੰਗ ਹੁੰਦਾ। ਡਰਾਵੇ ਵਾਲਾ ਪਰਮਾਤਮਾ ਨੇ, ਜਿਹੜੇ ਆਪਾਂ ਕਾਮਨ ਮੁਰਸ਼ਿਦ ਵੀ ਕਹਿੰਦੇ ਆ ਨਾ ਵੀ
ਵੀ ਮੇਰੇ ਨਾਲ ਤਾਂ ਜੀ ਬਾਬਾ ਜੀ ਨੇ ਜੀ, ਮੈਂ ਤਾਂ ਉੱਥੇ ਡੇਰੇ ਜਾ ਆਇਆ ਜੀ, ਮੈਂ ਤਾਂ ਸਪੇਨ ਜਾਇਆ ਜੀ, मैं तो वैंकूवर जाया जी, मैं तो सेवा करते हैं, अंदरों बेईमान आ। दिल का हुजरा साफ कर जाना के आने के लिए, ध्यान गैरों का उठा उसको बिठाने के लिए। ये गल्लां बातां तुकां पढ़ के गुरु नानक दियां, जपजी साहब दियां, कुरान दियां, इहदे इधरों तुकां पढ़न दा नहीं। वैन यू हैव टू इंप्लीमेंट योरसैल्फ, ਤੁਹਾਡਾ ਤੁਕ ਕਹਿਣ ਦਾ ਹੀ ਤਾਂ ਫਰਜ਼ ਹੈ। ਜਿਵੇਂ ਸੰਤ ਕੋਲੇ ਕੋਈ ਬੰਦਾ ਗਿਆ ਸੀ ਨਾ ਜੀ, ਮੇਰਾ ਮੁੰਡੇ ਦੇ ਫੋੜੇ ਨੇ ਤੇ ਇਹਦਾ ਕੋਈ ਇਲਾਜ ਦੱਸੋ, ਡਾਕਟਰਾਂ ਕੋਲ ਇਲਾਜ ਕਰਾ ਕੇ ਥੱਕ ਗਏ, तो संत कहना सी अगले हफ्ते आई, तो जदों अगले हफ्ते गया तो संत कहना बेटा गुड़ ना खाया कर। वो कहना जी इन्नी गल कहनी सी, ਇਹਦਾ ਤੁਸੀਂ पिछले हफ्ते कहना मैं एड्डी दूरों बस चल के आया। वो कहना कहता मैं पिछले हफ्ते भी सकता सी, पर पिछले हफ्ते मैं खुद गुड़ खांदा सी, मैं एक हफ्ते तो गुड़ खाना बंद किया, तां ही इहनूं कहा भी ये गुड़ खाना बंद कर देंगा तेरे फूड़े घट जाएंगे। सो कहण दा मेरा मतलब यह है भी पहला असीं किसी दूजे नूं टीच करन तो पहला अपने ते इंप्लीमेंट करिए। जे मैं सत्संग करना तो आप सत्संग थल्ले उतरे नहीं तो लोगों को सत्संगियों को फड़ के ठगी जाइए, मिठियां गल्लां करिए, ਉਹਦਾ की फायदा। ਉਹ ਨਾਲੇ ਕਹਿੰਦੇ परमात्मा जानी जाना, ਅਸੀਂ परमात्मा ਨੂੰ ਤਾਂ 2 पैसे जिन्नी ਉਹਦੀ कीमत नहीं है। मत्थे ते टिक्का लगाने, हत्थ 'ਚ माला फा लेना। ਤੁਸੀਂ ਹੋਰ देखो, ਆਪਾਂ मंदिर 'ਚ ਜਾਂਦੇ आ, गुरुद्वारे 'ਚ ਜਾਂਦੇ आ, गुरुद्वारे 'ਚ ਜਾਂ मंदिर 'ਚ जाण ਤੋਂ ਪਹਿਲਾਂ ਜੁੱਤੀ ਲਾਉਣੇ ਕਿ ਨਹੀਂ ਲਾਉਂਦੇ, पैर धोने कि नहीं धोते। जे कोई बंदा मंदिर 'ਚ ਜਾਂਦਾ सिगड़ फटाफट जमीन ते मसलदा कि नहीं, कुरली करते हैं मंदिर 'ਚ कि नहीं, फिर लंबे पै के मत्था टेकते हैं। ਤੇ ਜਦੋਂ ਹੀ ਮੰਦਰ ਚੋਂ ਬਾਹਰ ਆ ਜਾਂਦੇ ਡੱਬੀ ਖੋਲ ਕੇ ਉਹਦੀ ਸਿਗਰਟ ਲਾ ਲੈਂਦੇ ਆ, ਜੁੱਤੀ ਵੀ ਪਾ ਲੈਂਦੇ ਆ, ਉਹਦੀ ਨਿੰਦਿਆ ਚੁਗਲੀ ਫੋਨ ਦੀ ਕਰਦੇ ਆ। ਇਹਦਾ ਮਤਲਬ ਅਸੀਂ ਆਪਣੇ ਨੂੰ ਜ਼ਿਆਦਾ ਹੁਸ਼ਿਆਰ ਸਮਝਦੇ ਆ ਕਿ ਮੰਦਰ ਦੇ ਵਿੱਚ ਅਸੀਂ ਕਹਿੰਦੇ ਆ ਪਰਮਾਤਮਾ ਨੂੰ ਕਹ ਤੂੰ ਇਹਦੇ ਵਿੱਚ ਹੀ ਨਹੀਂ, ਮੰਦਰ 'ਚ ਬਾਹਰ ਅਸੀਂ ਜੋ ਮਰਜ਼ੀ ਕਰੀਏ। ਇੱਕ ਪਾਸੇ ਕਹਿੰਦੇ ਆ ਪਰਮਾਤਮਾ ਕਣ ਕਣ 'ਚ ਬਿਰਾਜਮਾਨ ਹੈ, ਦੂਜੇ ਪਾਸੇ ਸਾਡੀ ਸ਼ੈਤਾਨੀਆਂ ਅਸੀਂ ਕਹਿੰਦੇ ਮੰਦਰ ਗੁਰਦੁਆਰੇ 'ਚ ਹੀ ਆ, ਬਾਹਰ ਕਿਤੇ ਵੀ ਨਹੀਂ ਹੈ। ਸੋ ਇਸ ਕਰਕੇ ਸਾਡੀਆਂ ਜਿਹੜੀਆਂ ਸ਼ੈਤਾਨੀਆਂ ਨੇ ਉਹ ਕਾਮਯਾਬ ਨਹੀਂ ਹੁੰਦੀਆਂ। कृष्ण भगवान ने गीता के 18 अध्याय जो तुम पढ़ोगे ना बार बार, वैसे रोज चैप्टर एक पढ़ना चाहिए, तेजी नाल नहीं, ध्यान ना पढ़ो, ताड़ी नहीं मेरी भी ताड़ी अपनी सारिਆਂ ਦੀ ਜਿਹੜੀ जिंदगी का सलूशन है, कोई भी प्रॉब्लम है गीता ਨੂੰ पढ़ो, ਉਹਦੇ ਵਿੱਚ हल मिलता है। सो इस करके गीता की बहुत बड़ी इंपॉर्टेंस है। सो जरूर पढ़ो, कली गीता ही नहीं, कुरान शरीफ भी पढ़ो, गुरु ग्रंथ साहब भी पढ़ो, बाइबल भी पढ़ो, और कदे भी एक दूजे के प्रति नफरत ना करो कि मेरी गीता वधिया, ग्रंथ साहब घटिया, ग्रंथ साहब तो सब तो वधिया, ग्रंथ साहब सब तो वधिया, गीता घटिया नहीं, सारे ही वधिया ने। ਜਿਹੜੇ एक दूजे ਨੂੰ ਮਾੜਾ ਕਹਿੰਦੇ ਨੇ, ਇਹਦਾ ਮਤਲਬ ਉਹਨਾਂ ਨੇ ਪੜ੍ਹੀ ਨਹੀਂ ਦੂਜਿਆਂ ਦੇ ਧਰਮ ਦੇ ਬਾਰੇ। ਜਦੋਂ ਤੁਸੀਂ ਦੂਜਿਆਂ ਦਾ ਧਰਮ ਪੜੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਅਸੀਂ ਤਾਂ ਸਾਰੇ ਇੱਕੋ ਹੀ ਗੱਲ ਹੈ। ਜਿਸ ਤਰ੍ਹਾਂ 4-5 ਦੇ ਜਿਹੜੇ ਇੰਡੀਆ ਦੇ ਬੰਦੇ ਸੀਗੇ ਉਹ ਇਕੱਠੇ ਹੋ ਗਏ, ਚਲੋ 4 ਮੁਲਕ ਦੇਸ਼ਾਂ ਦੇ ਇਕੱਠੇ ਹੋ ਗਏ ਬੰਦੇ, ਦੋਸਤ ਸੀਗੇ, ਉਹਨਾਂ ਨੇ ਇੱਕ ਫਾਰਮ ਹਾਊਸ ਲੈ ਲਿਆ। ਉਹ ਕਹਿੰਦੇ ਵੀ ਇਹਦੇ ਵਿੱਚ ਫਾਰਮ ਹਾਊਸ ਦੇ ਵਿੱਚ ਆਪਾਂ ਫਸਲ ਬੀਜਣੀ ਹੈ, ਤੇ ਜਿਹੜਾ ਇੰਡੀਅਨ ਸੀਗਾ ਉਹ ਕਹਿੰਦਾ ਜੀ ਇਹ 'ਚ ਤਾਂ ਆਪਾਂ ਕਣਕ ਬੀਜਾਂਗੇ, ਤੇ ਗੋਰਾ ਕਹਿੰਦਾ ਵੀਟ ਬੀਜਾਂਗੇ, ਤੇ ਜਿਹੜਾ ਕੋਈ ਹੋਰ ਹਰਿਆਣੇ ਤੋਂ ਕਹਿੰਦਾ ਗੰਦਮ ਬੀਜਾਂਗੇ। ਉਹ ਲੜ ਪਏ, ਨਹੀਂ ਮੇਰੀ ਮੰਨ ਮੇਰੀ ਮੰਨ। ਕੋਈ ਸਿਆਣਾ ਬੰਦਾ ਆ ਗਿਆ, ਉਹਨੂੰ ਪਤਾ ਲੱਗ ਗਿਆ ਵੀ ਲੈਂਗੁਏਜ ਦਾ ਹੀ ਫਰਕ ਹੈ, ਉਹਨੇ ਕਿਹਾ ਵੀ ਲਿਆਓ ਆਪਣੀ ਆਪਣੀ ਗੱਡੀ, ਕਹਿੰਦੇ ਗੱਲ ਤਾਂ ਇਹ ਇੱਕੋ ਹੀ ਹੈ। ਸੋ ਇਸੇ ਤਰ੍ਹਾਂ ਹੀ ਸਾਰੇ ਧਰਮ ਸਾਨੂੰ ਪਰਮਾਤਮਾ ਦੀ ਬੰਦਗੀ ਕਰਨ ਦਾ ਉਪਦੇਸ਼ ਦਿੰਦੇ ਨੇ, ਭਾਈਚਾਰੇ ਦੇ ਵਿੱਚ ਪਿਆਰ ਕਰਨਾ ਸਿਖਾਉਂਦੇ ਨੇ। ਇਹ ਨਹੀਂ ਵੀ ਹਿੰਦੂ ਮਾੜਾ ਕਿ ਸਿੱਖ ਮਾੜਾ ਕਿ ਮੁਸਲਮਾਨ ਮਾੜਾ, ਕੋਈ ਮਾੜਾ ਨਹੀਂ ਹੈ। ਖੂਨ ਕੱਢ ਕੇ ਦੇਖ ਲਓ, ਸਭ ਦਾ ਇੱਕੋ ਹੀ ਹੈ। ਤੇ ਇਹ ਤਾਂ ਕਹਿੰਦੇ ਨੇ ਇਨਸਾਨ, ਪਰਮਾਤਮਾ ਨੇ ਬਣਾਇਆ ਸੀ ਇਨਸਾਨ, ਤੇ ਅਸੀਂ ਇਨਸਾਨ ਨੇ ਬਣਾਏ ਮੂਰਤੀਆਂ, ਅਸੀਂ ਹਵਾਨ ਬਣ ਗਏ। ਹਾਂਜੀ, ਜਿਹੜੇ ਇਨਸਾਨ ਨੇ ਮੰਦਿਰਾਂ ਦੇ ਵਿੱਚ ਮੂਰਤੀਆਂ ਬਣਾਈਆਂ ਉਹ ਭਗਵਾਨ ਬਣ ਗਏ, ਤੇ ਪਰਮਾਤਮਾ ਨੇ ਇਨਸਾਨ ਬਣਾਇਆ ਸੀ ਹਵਾਨ ਬਣ ਗਏ, ਜ਼ਾਲਮ ਬਣ ਗਏ, ਜ਼ੁਲਮ ਕਰਦੇ ਹਾਂ, ਅਸੀਂ ਨਿੰਦਿਆ ਚੁਗਲੀ ਕਰਦੇ ਹਾਂ। ਸੋ ਇਸ ਕਰਕੇ ਸਾਨੂੰ ਗੀਤਾ ਦੀਆਂ ਟੀਚਿੰਗ ਰੋਜ਼ ਪੜ੍ਹਨੀਆਂ ਚਾਹੀਦੀਆਂ। ਇਹਦੇ ਨਾਲ ਪਿਆਰ ਵਧੂਗਾ, ਪਰਮਾਤਮਾ ਨਾਲ ਮਿਲਾਪ ਹੋਊਗਾ, ਕਿਵੇਂ ਹੋਊਗਾ, ਨਿੰਦਿਆ ਚੁਗਲੀ ਤੋਂ ਬਚਾਂਗੇ। ਸੋ ਮੇਰੇ ਖਿਆਲ 'ਚ ਲਾਸਟ ਗਾਣਾ ਟਾਈਮ ਇਜ਼ ਆਲਮੋਸਟ, ਸਰਵਨ ਜੀ ਟਾਈਮ ਇਜ਼ ਆਲਮੋਸਟ ਫਿਨਿਸ਼। ਸੋ ਜਸਟ ਲਿਸਨ ਦਾ ਲਾਸਟ ਸੌਂਗ। ਸੋ ਨੈਕਸਟ ਵੀਕ ਮੈਂ ਆਉਣਾ ਨਹੀਂ, ਉਦੋਂ ਅਗਲੇ ਵੀਕ ਨਹੀਂ ਹੋਣਾ। ਸੋ ਟਿਲ ਆਪਾਂ ਜਦੋਂ 22 ਨੂੰ ਆਵਾਂਗੇ ਜ਼ਰੂਰ ਤੁਹਾਡੇ ਨਾਲ ਗੱਲਾਂ ਕਰਾਂਗੇ। ਪਰਮਾਤਮਾ 'ਚ ਜ਼ਰੂਰ ਯਕੀਨ ਕਰਿਆ ਕਰੋ, ਪਰਮਾਤਮਾ ਨਾਲ ਦੋਸਤੀ ਪਾ ਲਓਗੇ, ਗਦੀ ਗੇਟ ਤੋਂ ਬਚ ਜਾਓਗੇ, ਨਹੀਂ ਤਾਂ ਫਿਰ ਰੋਵੋਗੇ ਹੋਰ ਕੁਛ ਨਹੀਂ। ਥੈਂਕ ਯੂ।